पानी सतनाम। श्री वाहिगुरु साहिब जी। उस्तत निंदया नाहि जेहि कंचन लोहो समान। कहो नानक सुन रे मना मुक्त ताहि तै जान। हरख सोग जाकै नहीं बैरी मीत समान। कहो नानक सुन रे मना मुक्त ताहि तै जान। पह काहूँ को देत नह नह पैमानत यान। कहो नानक सुन रे मना ज्ञानी ताहे बखान। जे बिखया सगली तजी लियो भीख बैराग। कहो नानक सुन रे मना ते नर माथे भाग। वाहिगुरु जी का खालसा वाहिगुरु जी की फतेह। सतगुरु गुरु गरीब निवाज धन धन साहिब श्री गुरु ग्रंथ ਸਾਹਿਬ महाराज सच्चे पातशाह जी ਦੀ पावन गुरगोद ਵਿੱਚ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਗੁਰੂ ਚਰਨਾਂ ਵਿੱਚ ਪਹੁੰਚ ਰਹੀ ਨਤਮਸਤਕ ਹੋ ਰਹੀ ਪ੍ਰਭੂ ਭਗਤੀ ਸ਼ਰਵਣ ਕਰ ਰਹੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਹਾਂ। ਸੋ ਆਓ ਲੜੀਵਾਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ 9ਵੇਂ ਮਹੱਲੇ ਦੇ ਸ਼ਲੋਕ ਆਪਾਂ ਸ਼ਰਵਣ ਕਰਦੇ ਆ ਰਹੇ ਹਾਂ। ਪ੍ਰਚਲਿਤ ਸਾਡੇ ਜ਼ਬਾਨੀ ਇਹ ਗੱਲ ਚੜ੍ਹੀ ਹੈ ਭੋਗ ਦੇ ਸ਼ਲੋਕ। ਵੈਸੇ ਇਹ ਗੱਲ ਠੀਕ ਨਹੀਂ ਹੈ, ਮੈਂ ਵੀ ਕਈ ਦਫਾ ਕਹਿ ਦਿੰਨਾ, ਪਰ ਜਦੋਂ ਵਾਚਣ ਤੋਂ ਬਾਅਦ ਅਧਿਐਨ ਕਰਨ ਤੋਂ ਬਾਅਦ ਪਤਾ ਚੱਲਿਆ ਭੋਗ ਪੈ ਰਿਹਾ ਤੇ ਚਲੋ ਆਪਾਂ ਠੀਕ ਹੈ, ਪਰ ਭੋਗ ਦੇ ਸ਼ਲੋਕ ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨਹੀਂ ਬੋਲਣਾ। ਇਹ ਕਹਿ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ 9ਵੇਂ ਮਹੱਲੇ ਦੇ ਸ਼ਲੋਕ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸਾਰੀ ਬਾਣੀ ਵਿੱਚ ਅਰਬੀ ਤੇ ਫਾਰਸੀ ਦਾ ਕੋਈ ਲਫ਼ਜ਼ ਨਹੀਂ ਵਰਤਿਆ। ਗੁਰੂ ਸਾਹਿਬ ਜੀ ਦੀ ਸਾਰੀ ਬਾਣੀ ਦੇ ਵਿੱਚੋਂ ਲਗਭਗ ਤੁਹਾਨੂੰ ਹਿੰਦੀ ਦੇ ਲਫ਼ਜ਼ ਬਹੁਤੇ ਤੇ ਨਾਲੋਂ ਨਾਲ ਪੰਜਾਬੀ ਦੇ ਲਫ਼ਜ਼ ਬਹੁਤ ਮਿਲਣਗੇ। ਤੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਵਿੱਚ ਜਿਸ ਨੂੰ ਆਪਾਂ ਭਾਵੇਂ ਖੁਸ਼ੀ ਹੋਵੇ ਤੇ ਭਾਵੇਂ ਗਮ ਹੋਵੇ, ਭਾਵੇਂ ਕੋਈ ਦੁਨੀਆ ਤੇ ਆਇਆ ਤੇ ਭਾਵੇਂ ਜਾ ਰਿਹਾ ਹੈ, ਸਹਿਜ ਪਾਠ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਹੁੰਦੇ ਨੇ। ਇਹ ਜਿਹੜੇ ਚੰਗੇ ਤੇ ਦਿਨਾਂ ਦੀ ਜਿਹੜੀ ਅਸੀਂ ਮਾੜੇ ਦਿਨਾਂ ਦੀ ਚੋਣ ਕੀਤੀ ਹੈ ਮਨੁੱਖ ਨੇ ਸਵੈਮ ਕੀਤੀ ਹੈ ਆਪਣੇ ਵਾਸਤੇ। ਪਰ ਜਿਸ ਵਕਤ ਗੁਰਬਾਣੀ ਨੂੰ ਪੜ੍ਹਦੇ ਹਾਂ ਮੇਰੇ ਸਤਿਗੁਰੂ ਜੀ ਤੇ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ ਬੇਅੰਤ ਉਦਾਹਰਨਾਂ ਹਨ। ਸੋ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਦਾ ਆਧਾਰ ਬਣਾ ਕੇ ਕੁਝ ਕੁ ਇਤਿਹਾਸਕ ਪੱਖ ਵੱਲ ਆਪਾਂ ਆਵਾਂਗੇ। ਸਤਿਗੁਰੂ ਜੀ ਇਸ ਲਗਭਗ 13ਵੀਂ ਤੇ 14ਵੀਂ ਪੌੜੀ ਭਾਵ ਸ਼ਲੋਕ ਵਿੱਚ ਜ਼ਿਕਰ ਕਰਦੇ ਨੇ ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋਹ ਸਮਾਨ। ਉਸਤਤ ਨਿੰਦਿਆ ਦੋ ਚੀਜ਼ਾਂ ਨੇ। ਜੇ ਤੇ ਮਨੁੱਖ ਦੀ ਉਸਤਤ ਹੋਣ ਲੱਗ ਪਏ ਤੇ ਫਿਰ ਉਹਨੂੰ ਆਲਾ ਦੁਆਲਾ ਉਹਨੂੰ ਕੁਛ ਨਹੀਂ ਵਿਖਾਈ ਦਿੰਦਾ ਹੈ। ਅੱਜ ਮੇਰੀ ਇੰਨੀ ਉਸਤਤ ਹੋਈ ਜਿਹਨੂੰ ਆਪਾਂ ਜੱਟਕੀ ਭਾਸ਼ਾ ਵਿੱਚ ਅੱਜ ਦੀ ਭਾਸ਼ਾ ਵਿੱਚ ਕੀ ਕਹਿੰਦੇ ਆ ਭਈ ਫਲਾਣੇ ਬੰਦੇ ਨੂੰ ਥੋੜੀ ਜੀ ਫੂਕ ਛਕਾ ਦਿਓ, ਪੰਪ ਦੇ ਦਿਓ,
ਭਾਵੇਂ ਸਾਰਾ ਦਿਨ ਉਹਦੇ ਤੋਂ ਕੰਮ ਲਈ ਜਾਓ। ਪੰਜਾਬ ਦੀ ਧਰਤੀ ਤੇ ਬਹੁਤੇ ਲੀਡਰ ਸਾਡੇ ਤੋਂ ਇਸੇ ਫੂਕ ਕਰਕੇ ਕੰਮ ਲੈ ਰਹੇ ਨੇ। ਇੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ। ਲੋਹ ਦੇ ਅਰਥ ਕੀ ਨੇ? ਲੋਹਾ। ਕੰਚਨ ਦੇ ਅਰਥ ਨੇ ਸੋਨਾ। ਇੱਥੇ ਉਦਾਹਰਨ ਦਿੱਤੀ ਲੋਹੇ ਤੇ ਸੋਨੇ ਦੀ। ਜਿਸ ਬੰਦੇ ਦੇ ਅੰਦਰ ਲਾਲਚ ਹੈ, ਲੋਭ ਹੈ, ਉਹ ਬੰਦਾ ਲੋਹਾ ਨਹੀਂ ਚੁੱਕੇਗਾ, ਉਹ ਸੋਨੇ ਵੱਲ ਦੌੜੇਗਾ। ਪਰ ਜਿਹੜਾ ਬੰਦਾ ਇਹਨਾਂ ਦੋਵਾਂ ਚੀਜ਼ਾਂ ਤੋਂ ਉੱਚੇ ਉੱਠਿਆ ਹੈ, ਉਹਦੇ ਲਈ ਲੋਹਾ ਤੇ ਸੋਨਾ ਇੱਕ ਬਰਾਬਰ ਹੈ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਬਿਲਕੁਲ ਐਦਾਂ ਹੀ ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ। ਕਿਸੇ ਦੀ ਉਸਤਤ ਹੋਣ ਲੱਗ ਜੇ ਤੇ ਉਹ ਹੰਕਾਰੀ ਹੋ ਜਾਂਦਾ ਹੈ। ਜਿਹੜਾ ਅੱਜ ਤੁਹਾਡੀ ਉਸਤਤ ਕਰਦਾ ਹੈ, ਸਮਾਂ ਪਾ ਕੇ ਜੇ ਉਹਨੂੰ ਤੁਹਾਡੇ ਬਾਰੇ ਕੁਝ ਵੀ ਪਤਾ ਚੱਲ ਗਿਆ ਤਾਂ ਉਸੇ ਬੰਦੇ ਨੇ ਤੁਹਾਡੀ ਨਿੰਦਿਆ ਕਰਨੀ ਹੈ। ਤਾਂ ਫਿਰ ਉਸੇ ਵਕਤ ਬੰਦਾ ਨਾਲ ਦੀ ਨਾਲ ਢੇਰੀ ਢਾ ਕੇ ਬਹਿ ਜਾਂਦਾ ਹੈ। ਮੇਰੇ ਸਤਿਗੁਰੂ ਜੀ ਆਪਣੀ ਬਾਣੀ ਰਾਹੀਂ ਗੁਰਦੇਵ ਪਿਤਾ ਜੀ ਮਨੁੱਖਤਾ ਨੂੰ, ਮਾਨਵਤਾ ਨੂੰ ਇੱਕ ਚੰਗਾ ਤੇ ਉੱਚਾ ਸੁੱਚਾ ਜੀਵਨ ਜਿਉਣ ਦਾ ਢੰਗ ਤਰੀਕਾ ਦੱਸ ਰਹੇ ਨੇ। ਪਾਤਸ਼ਾਹ ਕਹਿੰਦੇ ਉਸਤਤ ਨਿੰਦਿਆ। ਤੇ ਆਪਾਂ ਇਹ ਵੀ ਬਚਨ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬੋਲ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਹਾਰ। ਜੇ ਤੂੰ ਉਸਤਤ ਕਰਨੀ ਹੈ ਮਾਲਕ ਦੀ, ਵਾਹਿਗੁਰੂ ਦੀ ਕਰ। ਪਰ ਜੇ ਤੂੰ ਕਿਸੇ ਦੀ ਉਸਤਤ ਕਰੇਗਾ ਤਾਂ ਵੀ ਤੂੰ ਨੀਵਾਂ ਹੀ ਹੋਏਗਾ। ਤੇ ਜਿਹਦੀ ਉਸਤਤ ਕਰ ਰਹੇ ਆ ਉਹ ਇਨਸਾਨੀਅਤ ਤੋਂ, ਮਨੁੱਖਤਾ ਤੋਂ ਡਿੱਗ ਕੇ ਉਹ ਵੀ ਬੰਦਾ ਬਿਲਕੁਲ ਨੀਵਾਂ ਚਲਿਆ ਜਾਏਗਾ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਉਸਤਤ ਨਿੰਦਿਆ ਨਾਹੇ ਜਿਹੇ। ਜਿਹੜਾ ਮਨੁੱਖ ਆਪਣੀ ਉਸਤਤ ਸੁਣ ਕੇ ਹੰਕਾਰੀ ਨਹੀਂ ਹੁੰਦਾ, ਇੱਕ ਰਸ ਰਹਿੰਦਾ, ਉਹ ਕਹਿੰਦਾ ਜਿਹੋ ਜਿਹਾ ਮੈਂ ਹਾਂ ਮੈਂ ਹਾਂ। ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋਹ ਸਮਾਨ। ਇਹ ਤੇ ਉਸਤਤ ਤੋਂ ਭਾਵ ਇਹ ਨਹੀਂ ਲੈਣਾ ਜੇ ਕੋਈ ਚੰਗਾ, ਕੋਈ ਸ਼ੁਭ ਕਰਮ ਕਰਦਾ ਹੈ, ਕੋਈ ਸੇਵਾ ਕਰਦਾ ਹੈ, ਕੋਈ ਕੌਮ ਲਈ, ਕੋਈ ਪੰਥ ਲਈ, ਕੋਈ ਸਮਾਜ ਲਈ, ਕੋਈ ਕਿਸੇ ਦਾ ਭਲਾ ਕਰਦਾ ਹੈ, ਉਹਦੇ ਲਈ ਚਾਰ ਲਫ਼ਜ਼ ਬੋਲਣੇ ਠੀਕ ਨੇ। ਪਰ ਉਹ ਤਾਂ ਠੀਕ ਨੇ ਜੇ ਉਹਦੇ ਵਿੱਚ ਇਹ ਚੀਜ਼ਾਂ ਹੋਣ, ਪਰ ਉਹਦੇ ਵਿੱਚ ਨਾ ਹੋਣ ਤੇ ਫਿਰ ਵੀ ਬੋਲੇ ਜਾਣ, ਫਿਰ ਉਹ ਹੁੰਦੀ ਹੈ ਉਸਤਤ ਭਾਵ ਝੂਠੀ ਖੁਸ਼ਾਮਦੀ। ਸਤਿਗੁਰੂ ਜੀ ਕਹਿੰਦੇ ਦੋਵੇਂ ਚੀਜ਼ਾਂ ਤੂੰ ਛੱਡ ਦੇ। ਇੱਥੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ, ਉਸਤਤ ਨਿੰਦਿਆ। ਨਿੰਦਿਆ ਦੇ ਅਰਥ ਹੁੰਦੇ ਨੇ, ਨਿੰਦਿਆ ਹਮੇਸ਼ਾ ਪਿੱਠ ਪਿੱਛੇ ਹੁੰਦੀ ਹੈ, ਉਸਤਤ ਹਮੇਸ਼ਾ ਮੂੰਹ ਤੇ ਹੁੰਦੀ ਹੈ। ਇਹ ਤੁਹਾਨੂੰ ਪਤਾ ਹੋਣਾ, ਨਿੰਦਿਆ ਪਿੱਠ ਪਿੱਛੇ ਹੋਵੇਗੀ। ਜਿਸ ਬੰਦੇ ਨੂੰ ਤੁਸੀਂ ਸਿੱਧੇ ਤੌਰ ਤੇ ਕੋਈ ਗੱਲ ਨਹੀਂ ਨਾ ਕਹਿ ਸਕਦੇ, ਵੀ ਜੇ ਮੈਨੂੰ ਸਿੱਧੀ ਗੱਲ ਕਹਿਤੀ ਵੀ ਉਹੀ ਨਾ ਕਿਤੇ ਬਰਾਛਾਂ ਤੇ ਮਾਰੇ, ਜਾਂ ਤਾਂ ਆਪਾਂ ਬਾਅਦ ਵਿੱਚ ਗੱਲ ਕਵਾਂਗੇ ਤੇ ਜਾਂ ਫਿਰ ਇੱਕ ਮਜ਼ਾਕ ਜਾਂ ਕੋਈ ਚੁਟਕਲਾ ਜਾਂ ਬਣਾ ਕੇ ਕਹਿ ਦਿਆਂਗੇ, ਸਿੱਧੇ ਤੌਰ ਤੇ ਨਹੀਂ ਕਹਿ ਸਕਦੇ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਸਤਤ ਨਿੰਦਿਆ ਨਾਹੇ ਜੇ। ਜਿਹੇ ਦੇ ਅਰਥ ਨੇ ਜਿਸ ਮਨੁੱਖ ਦੇ ਜੀਵਨ ਵਿੱਚ ਜਿਹੜਾ ਬੰਦਾ ਇਹਨਾਂ ਦੋਵਾਂ ਚੀਜ਼ਾਂ ਤੋਂ ਉੱਚਾ ਉੱਠਿਆ ਹੈ। ਨਿੰਦਿਆ ਪਿੱਠ ਪਿੱਛੇ ਹੁੰਦੀ ਹੈ, ਉਸਤਤ ਹਮੇਸ਼ਾ ਮੂੰਹ ਤੇ ਹੁੰਦੀ ਹੈ। ਕੋਈ ਵੀ ਉਹਦੇ ਵਿੱਚ ਗੁਣ ਨਾ ਹੋਣ ਤੇ ਉਹਨੂੰ ਆਪਾਂ ਬ੍ਰਹਮ ਗਿਆਨੀ ਬਣਾ ਦਈਏ, ਹੋਵੇ ਉਹ ਇਨਸਾਨ ਵੀ ਨਾ, ਪਰ ਉਹਨੂੰ ਆਪਾਂ ਰੁਤਬਾ ਦੇ ਦਈਏ ਵੀ 108 ਬ੍ਰਹਮ ਗਿਆਨੀ। ਕਈ ਤੇ ਮਾਂ ਦੇ ਪੁੱਤ ਜਦੋਂ ਪਾਠ ਕਰਦੇ ਐ, ਜਿਉਂ ਪਾਉਂਦੇ ਨੇ ਚੌਥਾ ਗੇਰ, ਦੱਬੀ ਤੁਰੇ ਜਾਂਦੇ ਆ, ਕਹਿੰਦੇ ਪਾਸੇ ਹਟ ਜਾਓ, ਬਾਬੇ ਨੇ ਕਿਹਾ 31 ਪਾਠ ਕਰਨੇ ਆ। ਵੀ ਇਹ ਕੀ, ਇਹ ਬਾਣੀ ਜਪਣਾ ਨਹੀਂ, ਇਹ ਬਾਣੀ ਦੀ ਨਿਰਾਦਰੀ ਹੈ। ਇਹ ਹੋ ਗਿਆ ਖੱਪਣਾ। ਜਪਣ ਦੀ ਗੱਲ ਕੀ ਹੈ? ਪਾਤਸ਼ਾਹ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ। ਹੁਣ ਜਿਸ ਵਕਤ ਬੀਬੀਆਂ ਦੁੱਧ ਰਿੜਕਦੀਆਂ ਨੇ, ਜੇ ਉਹ ਬੀਬੀਆਂ ਇੱਕ ਚਾਟੀ ਵਿੱਚ, ਇੱਕ ਰਿੜਕਣੇ ਵਿੱਚ ਕਹਿ ਲੋ, ਪਾਣੀ ਪਾ ਕੇ ਵਿੱਚ ਮਧਾਣੀ ਪਾ ਦੇਣ, ਭਾਵੇਂ ਸਾਰਾ ਦਿਨ ਹੀ ਰਿੜਕੀ ਜਾਣ। ਹੁਣ ਤੇ ਰਿੜਕਣ ਦੀ ਲੋੜ ਨਹੀਂ, ਹੁਣ ਤੇ ਬਟਨ ਦੱਬੋ, ਭਾਵੇਂ ਸਾਰਾ ਦਿਨ ਮਸ਼ੀਨ ਚੱਲਦੀ ਰਹੇ, ਪਾਣੀ ਵਿੱਚੋਂ ਕਦੀ ਕੁਛ ਨਹੀਂ ਨਿਕਲਦਾ। ਤੇ ਉਹਨੂੰ ਕੀ ਕਵਾਂਗੇ? ਖੱਪਣਾ। ਤੇ ਜਦੋਂ ਉਸੇ ਘੜੇ ਦੇ ਵਿੱਚ, ਰਿੜਕਣੇ ਦੇ ਵਿੱਚ ਦੁੱਧ ਪਾ ਕੇ ਮਧਾਣੀ ਲਾਈ ਹੋਵੇਗੀ, ਉਹਨੂੰ ਆਪਾਂ ਕੀ ਕਵਾਂਗੇ? ਕਿਉਂਕਿ ਉਹ ਕੁਛ ਨਾ ਕੁਛ ਤਿਆਰ ਹੋ ਰਿਹਾ, ਦੁੱਧ ਦੇ ਵਿੱਚੋਂ ਮੱਖਣ ਨਿਕਲਣਾ, ਲੱਸੀ ਇੱਕ ਬੰਨੇ ਹੋ ਜਾਣੀ ਹੈ
ਤੇ ਮੱਖਣ ਇੱਕ ਪਾਸੇ, ਉਹ ਕੀਤੀ ਕਮਾਈ ਸਫਲ ਹੈ। ਜਿਵੇਂ ਰਿੜਕੇ ਹੋਏ ਪਾਣੀ ਵਿੱਚੋਂ ਕੁਝ ਨਹੀਂ ਨਿਕਲਦਾ, ਇਸੇ ਤਰ੍ਹਾਂ ਮੇਰੇ ਸਤਿਗੁਰੂ ਜੀ ਕਹਿੰਦੇ ਬਾਣੀ ਨੂੰ ਤੂੰ ਜਪਣਾ ਹੈ, ਤੂੰ ਖਪਣਾ ਨਹੀਂ ਹੈ। ਤੁਸੀਂ ਰੋਜ਼ ਪਾਠ ਕਰਦੇ ਹੋ ਸੁਖਮਨੀ ਸਾਹਿਬ ਦਾ, ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ। ਤੇ ਇੱਥੇ ਜਿਹੜੇ ਬਚਨ ਆਏ, ਉਸਤਤ ਨਿੰਦਿਆ ਨਾਹੇ ਜੇ। ਉਸਤਤ ਹਮੇਸ਼ਾ ਮੂੰਹ ਤੇ ਹੁੰਦੀ ਹੈ, ਨਿੰਦਿਆ ਹਮੇਸ਼ਾ ਪਿੱਠ ਪਿੱਛੇ ਹੁੰਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਬੰਦਾ ਇਹਨਾਂ ਦੋਵਾਂ ਚੀਜ਼ਾਂ ਤੋਂ ਨਿਆਰਾ ਹੋ ਜੇ, ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋਹ ਸਮਾਨ, ਉਹਦੀ ਬਿਰਤੀ ਇੱਕ ਰਸ ਹੋ ਜੇ, ਜਿਹੜਾ ਸੋਨੇ ਤੇ ਲੋਹੇ ਵਿੱਚ ਕੋਈ ਫਰਕ ਨਾ ਜਾਣੇ। ਤੇ ਸਤਿਗੁਰੂ ਜੀ ਵੇਖੋ ਫਿਰ ਰੁਤਬਾ ਕੀ ਦੇ ਰਹੇ ਨੇ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੀਂ ਤੈ ਜਾਨ। ਮਨਾ ਤੂੰ ਸੁਣ ਧਿਆਨ ਦੇ ਨਾਲ। ਮੁਕਤ, ਮੁਕਤ ਦੇ ਅਰਥ ਨੇ ਬੰਦ ਖਲਾਸੀ। ਸਮਝੋ ਉਸ ਇਨਸਾਨ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ, ਇਹ ਕੀ ਨੇ? ਇਹ ਵੀ ਸਾਰੇ ਇੱਕ ਮਾਇਆ ਦਾ ਰੂਪ ਨੇ। ਜਿਹੜਾ ਬੰਦਾ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਗਿਆ, ਜਿਹਦੀ ਬੰਦ ਖਲਾਸੀ ਹੋ ਗਈ, ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਮੂਗੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਭਗਤ ਨਾਮਦੇਵ ਜੀ ਨੇ ਖੁਦ ਕਹਿ ਦਿੱਤਾ ਹੈ। ਲੋਕ ਕਹਿੰਦੇ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ, ਮਰਨ ਤੋਂ ਬਾਅਦ ਜਗ ਕਰਾਓ ਜੀ, ਭੰਡਾਰਾ ਕਰਾਓ। ਪਰ ਭਗਤ ਨਾਮਦੇਵ ਜੀ ਕਹਿੰਦੇ ਹੇ ਰਾਮ, ਹੇ ਅਕਾਲ ਪੁਰਖ ਵਾਹਿਗੁਰੂ, ਮਰਨ ਤੋਂ ਬਾਅਦ ਕਿਹੜੀ ਮੁਕਤੀ ਹੁੰਦੀ ਹੈ? ਜੇ ਮਰਨ ਤੋਂ ਬਾਅਦ ਮੁਕਤੀ ਮਿਲੀ ਵੀ ਤੇ ਉਹਦਾ ਮੈਨੂੰ ਕੀ ਫਾਇਦਾ ਹੋਇਆ? ਇਸ ਵਾਸਤੇ ਜੇ ਮੁਕਤੀ ਦੇਣੀ ਹੈ, ਜਿਉਂਦੇ ਜੀ ਮੈਨੂੰ ਵਿਸ਼ੇ ਵਿਕਾਰਾਂ ਤੋਂ, ਹੰਕਾਰ ਤੋਂ, ਨਿੰਦਿਆ ਚੁਗਲੀ ਈਰਖਾ ਦਵੈਤ ਤੋਂ ਤੁਸੀਂ ਮੈਨੂੰ ਜਿਉਂਦੇ ਜੀ ਹੀ ਮੁਕਤ ਕਰ ਦਿਓ। ਸਤਿਗੁਰੂ ਕਹਿੰਦੇ ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਹਰਖ ਸੋਗ, ਇੱਥੇ ਹਰਖ ਦੇ ਅਰਥ ਨੇ ਖੁਸ਼ੀ, ਪ੍ਰਸੰਨਤਾ। ਸੋਗ ਦੇ ਅਰਥ ਕੀ ਨੇ? ਗਮ, ਨਿਰਾਸ਼ਤਾ, ਦੁਖੀ। ਜਿਹੜਾ ਇਨਸਾਨ ਖੁਸ਼ੀ ਤੇ ਗਮੀ ਤੋਂ ਵੀ ਨਿਆਰਾ ਹੈ, ਖੁਸ਼ੀ ਆ ਜੇ ਤੇ ਆਪਾਂ ਹੰਕਾਰੀ ਹੋ ਜਾਂਦੇ ਹਾਂ। ਪਰ ਜੇ ਉਹ ਖੁਸ਼ੀ ਗਮੀ ਦੇ ਵਿੱਚ ਤਬਦੀਲ ਹੋ ਜੇ ਤੇ ਬੰਦਾ ਢੇਰੀ ਢਾ ਕੇ ਬਹਿ ਜਾਂਦਾ ਹੈ, ਫਿਰ ਸਾਰਾ ਕੁਝ ਰੱਬ ਤੇ ਸਿੱਟ ਦਿੰਦਾ ਹੈ। ਜਦੋਂ ਕੋਈ ਨਵਾਂ ਸਾਧਨ, ਗੱਡੀ, ਮੋਟਰਸਾਈਕਲ ਕੁਝ ਵੀ ਲਿਆਉਂਦਾ ਹੈ, ਉਦੋਂ ਚਾਈ ਚਾਈ ਪੂਰਾ ਭਜਾਉਂਦਾ, ਉਦੋਂ ਰੱਬ ਯਾਦ ਨਹੀਂ। ਪਰ ਜਦੋਂ ਕਿਤੇ ਕੁਝ ਵਾਪਰ ਜੇ ਜਾਂ ਟਿਕਟ ਮਿਲ ਜੇ, ਫਿਰ ਸਾਰਾ ਕੁਝ ਰੱਬ ਤੇ ਸਿੱਟ ਦਿੰਦਾ। ਕਹਿੰਦੇ ਲਓ ਜੀ, ਇਹ ਤਾਂ ਮਹਾਰਾਜ ਦੇ ਹੁਕਮ 'ਚ ਹੀ ਹੋਇਆ। ਆਪ ਮੁਕਤ ਹੋ ਗਿਆ ਤੇ ਦੋਸ਼ੀ ਮਹਾਰਾਜ ਨੂੰ ਬਣਾ ਦਿੱਤਾ। ਕੋਈ ਵੀ ਕੰਮ ਤੁਸੀਂ ਕਰਕੇ ਦੇਖੋ, ਹਰ ਇੱਕ ਬੰਦਾ ਜਦੋਂ ਮਜਬੂਰ ਹੋ ਜਾਂਦਾ ਤਾਂ ਉਹ ਸਾਰੀ ਗੱਲ ਲਿਆ ਕੇ ਮਹਾਰਾਜ ਤੇ ਰੱਬ ਤੇ ਸਿੱਟ ਦਿੰਦਾ ਹੈ। ਤੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਰਖ ਸੋਗ ਜਾਗੈ ਨਹੀਂ, ਬੈਰੀ ਮੀਤ ਸਮਾਨ। ਜਿਹੜਾ ਖੁਸ਼ੀ ਤੇ ਗਮੀ ਤੋਂ ਉੱਚਾ ਉੱਠਿਆ ਹੈ, ਜਿਹਦੀ ਸੁਰਤ ਦੇ ਵਿੱਚ ਬੈਰੀ ਮੀਤ ਸਮਾਨ, ਭਾਵ ਵੈਰੀ ਨੂੰ ਵੀ ਉਹ ਆਪਣੇ ਮਿੱਤਰ ਦੇ ਸਮਾਨ ਜਾਣਦਾ। ਇਤਿਹਾਸ ਤੁਸੀਂ ਪੜ੍ਹਦੇ ਹੋ, ਭਾਈ ਕਨ੍ਹਈਆ ਜੀ ਆਨੰਦਪੁਰ ਸਾਹਿਬ ਜੰਗ ਹੋਇਆ। ਵੇਖੋ ਇਹ ਇਤਿਹਾਸ ਮੈਂ ਸੁਣਾ ਸਕਦਾ, ਤੁਸੀਂ ਇਹ ਸੁਣ ਸਕਦੇ ਹੋ। ਲਿਖਣ ਵਾਲੇ ਨੇ ਲਿਖ ਦਿੱਤਾ, ਪਰ ਇਹਦੇ ਉੱਪਰ ਕੋਈ ਪੂਰਾ ਖਰਾ ਉਤਰੇ, ਕੋਈ ਟਾਵਾ ਟਾਵਾ ਹੋ ਸਕਦਾ ਹੈ। ਭਾਈ ਕਨ੍ਹਈਆ ਜੀ ਜੰਗ ਯੁੱਧ ਵਿੱਚ ਸਾਰਿਆਂ ਨੂੰ ਜਲ ਛਕਾਉਂਦੇ ਨੇ। ਬਕਾਇਦਾ ਭਾਈ ਕਨ੍ਹਈਆ ਜੀ ਦੀ ਸ਼ਿਕਾਇਤ ਕੀਤੀ ਜਾਂਦੀ ਹੈ, ਗੁਰੂ ਸਾਹਿਬ ਦੇ ਕੋਲ ਬੁਲਾਇਆ ਜਾਂਦਾ ਹੈ, ਪੁੱਛਿਆ ਜਾਂਦਾ ਹੈ। ਤੇ ਇਧਰੋਂ ਸਿੰਘ ਕਹਿੰਦੇ ਨੇ ਸਤਿਗੁਰੂ ਜੀ ਆਪਣੇ ਜੰਗ ਦੇ ਵਿੱਚ ਕਹਿੰਦੇ ਆ ਜਿਹੜਾ ਸਿੱਖ ਹੈ ਨਾ, ਇਹ ਮੁਗਲਾਂ ਦਾ ਛੱਡਿਆ ਹੋਇਆ ਹੈ ਤਾਂ ਸਿੱਖ, ਪਰ ਸਾਥ ਇਹ ਮੁਗਲਾਂ ਦਾ ਦੇ ਰਿਹਾ। ਵੇਖੋ ਅਸੀਂ ਮਾਰਦੇ ਆ, ਇਹ ਉਹਨਾਂ ਨੂੰ ਪਾਣੀ ਪਿਆ ਦਿੰਦਾ ਹੈ। ਉਹ ਜਲ ਛਕ ਕੇ ਫਿਰ ਦੁਬਾਰਾ ਤਿਆਰ ਹੋ ਜਾਂਦੇ ਨੇ। ਗੁਰੂ ਸਾਹਿਬ ਜੀ ਦੇ ਕੋਲ ਆਉਂਦਾ, ਬੁਲਾਇਆ ਜਾਂਦਾ। ਭਾਈ ਕਨ੍ਹਈਆ ਕਹਿੰਦਾ ਸਤਿਗੁਰੂ ਜੀ ਮੈਂ ਤੇ ਐਦਾਂ ਕਰਦਾ ਹੀ ਕੋਈ ਨਹੀਂ। ਸਤਿਗੁਰੂ ਜੀ ਝੂਠ ਬੋਲਦਾ, ਅਸੀਂ ਖੁਦ ਅੱਖਾਂ ਨਾਲ ਵੇਖ ਕੇ ਆਏ ਆ। ਭਾਈ ਕਨ੍ਹਈਆ ਜੀ ਦੱਸੋ ਇਹ ਸਹੀ ਕਹਿ ਰਹੇ ਨੇ? ਇਤਿਹਾਸ ਕਹਿੰਦੇ ਭਾਈ ਕਨ੍ਹਈਆ ਜੀ ਕਹਿੰਦੇ ਮੈਂ ਤਾਂ ਦੁਸ਼ਮਣ ਨੂੰ ਪਾਣੀ ਪਿਲਾਇਆ ਹੀ ਨਹੀਂ। ਤੇ ਨਾਲ ਦੇ ਜਿਹੜੇ ਜੋ ਵੇਖ ਰਹੇ ਸਨ
ਉਹ ਨਹੀਂ ਸੀ, ਤੇ ਜੋ ਹੁੰਦਾ ਉਹ ਕਈ ਦਫਾ ਬੰਦਾ ਵੇਖਦਾ ਨਹੀਂ ਹੈ। ਹਮੇਸ਼ਾ ਮੈਂ ਬੇਨਤੀ ਕੀਤੀ ਹੈ ਵੀ ਬਾਜ਼ਾਰ ਵਿੱਚ ਤੁਰੇ ਜਾ ਰਹੇ ਹਾਂ ਤੇ ਵੇਖੋ ਜੋ ਕੁਝ ਆਪਾਂ ਵੇਖਦੇ ਹਾਂ, ਕੋਈ ਭੈਣ ਜਾ ਰਹੀ ਹੈ, ਕੋਈ ਧੀ ਜਾ ਰਹੀ ਹੈ, ਕੋਈ ਬੜਾ ਨਿਕਟਵਰਤੀ ਰਿਸ਼ਤਾ ਹੈ, ਪਰ ਜੋ ਆਪਾਂ ਵੇਖਦੇ ਹਾਂ ਉਹ ਹੁੰਦਾ ਨਹੀਂ, ਤੇ ਜੋ ਆਪਾਂ ਵੇਖਦੇ ਹਾਂ ਹੁੰਦਾ ਨਹੀਂ, ਤੇ ਜੋ ਹੁੰਦਾ ਉਹ ਸਾਡੇ ਕੋਲ ਸਮਝ ਨਹੀਂ ਹੈ। ਹੁਣ ਭਾਈ ਕਨ੍ਹਈਆ ਜੀ ਨੂੰ ਪੁੱਛਿਆ ਜਾਂਦਾ ਹੈ, ਭਾਈ ਕਨ੍ਹਈਆ ਜੀ ਕਹਿੰਦੇ ਸਤਿਗੁਰੂ ਮੈਂ ਤੇ ਦੁਸ਼ਮਣ ਨੂੰ ਪਾਣੀ ਪਿਆਉਂਦਾ ਹੀ ਨਹੀਂ, ਮੈਂ ਤੇ ਜੋ ਦੀਸੈ ਸੋ ਤੇਰਾ ਰੂਪ, ਜਦੋਂ ਮੈਂ ਪਾਣੀ ਪਿਉਣਾ ਜਲ ਛਕਾਉਣਾ, ਜਦੋਂ ਹੀ ਮਸ਼ਕ ਮੈਂ ਥੱਲੇ ਕਰਦਾ ਤਾਂ ਸਤਿਗੁਰੂ ਜੀ ਮੈਨੂੰ ਤੁਹਾਡਾ ਹੀ ਰੂਪ ਨਜ਼ਰ ਆ ਰਿਹਾ, ਐਦਾਂ ਲੱਗਦਾ ਕਿ ਮੈਂ ਤੁਹਾਨੂੰ ਹੀ ਜਲ ਛਕਾ ਰਿਹਾ। ਕਲਗੀਧਰ ਦਸ਼ਮੇਸ਼ ਪਿਤਾ ਨੇ ਇਤਿਹਾਸ ਤੁਸੀਂ ਪੜ੍ਹਿਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗ ਲੜੇ ਨੇ, ਜਿਹੜੇ 4 ਜੰਗ ਨੇ ਬਹੁਤ ਵੱਡੇ ਨੇ, ਬਾਕੀ ਛੋਟੇ ਮੋਟੇ ਜੰਗ ਵਿਦਵਾਨਾਂ ਨੇ 14 ਜੰਗਾਂ ਦੀ ਗਿਣਤੀ ਕੀਤੀ ਹੈ, ਜਿਹੜੀ ਥੋੜੀ ਬਹੁਤੀ ਮੁੱਠ ਭੇਡ ਟੁਕੜੀਆਂ ਨਾਲ ਹੁੰਦੀ ਰਹਿੰਦੀ ਸੀ। ਇੰਨੇ ਜੰਗ ਹੋਏ ਨੇ, ਪਰ ਇਹਨਾਂ ਸਾਰੇ ਜੰਗਾਂ ਵਿੱਚ ਗੁਰੂ ਸਾਹਿਬ ਜੀ ਕਿਸੇ ਤੇ ਵੀ ਹਮਲਾਵਰ ਹੋ ਕੇ ਨਹੀਂ ਗਏ, ਸਗੋਂ ਜਿਹੜਾ ਹਮਲਾ ਕਰਨ ਆਉਂਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਹਮਲੇ ਦਾ ਜਵਾਬ ਦਿੱਤਾ ਹੈ। ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਵਾਰੀ ਹਮਲਾ ਕਰਨ ਵਾਸਤੇ ਜੇ ਭੇਜਿਆ, ਜੇ ਆਖਿਆ, ਜੇ ਹੁਕਮ ਕੀਤਾ, ਉਹ ਕੇਵਲ ਤੇ ਕੇਵਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਹੈ, ਨਹੀਂ ਆਪਣੀ ਜੀਵਨ ਵਿੱਚ ਕਦੀ ਉਹਨਾਂ ਹਮਲੇ ਦੀ ਗੱਲ ਨਹੀਂ ਕੀਤੀ। ਹਾਂ, ਜੇ ਕੋਈ ਆਇਆ ਨੂੰ ਜਵਾਬ ਦਿੱਤਾ ਹੈ। ਬੇਨਤੀ ਕਰ ਰਹੇ ਸੋ, ਕਹਿੰਦੇ ਜੀ ਮੈਂ ਤੇ ਨਹੀਂ ਛਕਾ ਰਿਹਾ, ਜਿਹਨੂੰ ਛਕਾਉਣਾ ਤੁਹਾਡਾ ਹੀ ਰੂਪ ਤੁਹਾਨੂੰ ਛਕਾ ਰਿਹਾ। ਇਤਿਹਾਸ ਕਹਿੰਦਾ ਗੁਰੂ ਸਾਹਿਬ ਜੀ ਨੇ ਜਿੱਥੇ ਭਾਈ ਕਨ੍ਹਈਏ ਨੂੰ ਪਿਆਰ ਦਿੱਤਾ, ਇੱਕ ਬੜੀ ਸੋਹਣੀ ਮਸ਼ਕ ਦਿੱਤੀ ਹੈ, ਤੇ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਮਲਮ ਪੱਟੀ ਵੀ ਲੈ ਜਾਇਆ ਕਰ, ਕੱਲਾ ਜਾਲੀ ਨਹੀਂ ਜ਼ਖਮੀਆਂ ਤੇ ਮਲਮ ਪੱਟੀ ਵੀ ਕਰਿਆ ਕਰ। ਤੇ ਉਹ ਬਚਨ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੜ੍ਹਦੇ ਆ ਕਿ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਵਿਦਵਾਨਾਂ ਨੇ ਤਾਂ ਭਾਵੇਂ ਦੇ ਅਰਥ ਕਰ ਹੀ ਦਿੱਤੇ ਨੇ, ਟੀਕਾਕਾਰਾਂ ਨੇ, ਪਰ ਜੇ ਇਹਦਾ ਪ੍ਰੈਕਟੀਕਲ ਕੀਤਾ ਹੈ ਤੇ ਉਹ ਭਾਈ ਕਨ੍ਹਈਆ ਜੀ ਨੇ ਕਰਕੇ ਦੱਸਿਆ। ਆਨੰਦਪੁਰ ਸਾਹਿਬ ਦੀਆਂ ਜੰਗਾਂ ਦੇ ਵਿੱਚ ਇੱਥੇ ਬਚਨ ਆਇਆ ਸੀ, ਹਰਕ ਸੋਗ ਜਾਕੈ ਨਹੀਂ। ਜਦੋਂ ਪੁੱਛਦੇ ਨੇ ਕਿ ਦੁਸ਼ਮਣ ਨੂੰ ਜਲ ਛਕਾਉਂਦਾ ਤੇ ਗੁਰੂ ਸਾਹਿਬ ਜੀ ਨੂੰ ਹੱਥ ਜੋੜ ਕੇ ਭਾਈ ਕਨ੍ਹਈਆ ਕਹਿੰਦਾ, ਸਤਿਗੁਰੂ ਜੀ ਇਹ ਤਾਂ ਬਾਹਰੋਂ ਦੁਸ਼ਮਣ ਨੂੰ ਮਾਰਦੇ ਨੇ, ਮੈਂ ਤਾਂ ਜਲ ਛਕਾ ਕੇ ਅੰਦਰੋਂ ਦੁਸ਼ਮਣੀ ਹੀ ਖਤਮ ਕਰ ਰਿਹਾ ਇਹਨਾਂ ਦੀ। ਤੇ ਇੱਥੇ ਮੇਰੇ ਸਤਿਗੁਰੂ ਕਹਿੰਦੇ ਹਰਕ ਸੋਗ ਜਾਕੈ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੀ ਤੈ ਜਾਨ। ਮਨ ਨੂੰ ਸੰਬੋਧਨ ਕਰਕੇ ਜਿੰਨੀ ਵੀ ਬਾਣੀ ਹੈ ਗੁਰੂ ਸਾਹਿਬ ਜੀ ਦੀ, ਜਿੰਨੀ ਤੁਸੀਂ ਬਾਣੀ ਪੜ੍ਹਦੇ ਹੋ, ਸੁਣਦੇ ਹੋ, ਤਾਂ ਗੁਰੂ ਸਾਹਿਬ ਨੇ ਬਾਹਰੋਂ ਪ੍ਰਮਾਣ, ਬਾਹਰੋਂ ਉਦਾਹਰਨਾਂ ਲੈ ਕੇ ਉਹਨਾਂ ਚੀਜ਼ਾਂ ਦੀਆਂ ਵੀ ਉਦਾਹਰਨਾਂ ਦਿੱਤੀਆਂ ਗਈਆਂ, ਜਿਹੜੀਆਂ ਚੀਜ਼ਾਂ ਰੋਜ਼ ਸਾਡੇ ਘਰ ਦੇ ਵਿੱਚ ਵਰਤੀਂਦੀਆਂ ਹਨ। ਉਹਨਾਂ ਚੀਜ਼ਾਂ ਦੀਆਂ ਉਦਾਹਰਨਾਂ ਦਿੱਤੀਆਂ, ਕਿਰਸਾਨਾਂ ਦੀਆਂ ਉਦਾਹਰਨਾਂ ਦਿੱਤੀਆਂ, ਘੋੜਿਆਂ ਦੀਆਂ ਉਦਾਹਰਨਾਂ ਦਿੱਤੀਆਂ, ਵਪਾਰੀਆਂ ਦੀਆਂ ਉਦਾਹਰਨਾਂ ਦਿੱਤੀਆਂ, ਹੱਟਾਂ ਦੁਕਾਨਾਂ ਦੀਆਂ ਉਦਾਹਰਨਾਂ ਦਿੱਤੀਆਂ ਗੁਰੂ ਸਾਹਿਬ ਨੇ। ਪਰ ਗੱਲ ਗੁਰੂ ਸਾਹਿਬ ਜੀ ਅਖੀਰ ਤੇ ਆ ਕੇ ਅੰਦਰ ਦੀ ਕਰਦੇ ਨੇ, ਬਾਹਰੋਂ ਬੀਜ ਦੀ ਗੱਲ ਕਰਦੇ ਪਏ ਨੇ, ਹਲ ਜੋਤਣ ਦੀ ਗੱਲ ਕਰਦੇ ਨੇ, ਪਰ ਕਹਿੰਦੇ ਅਖੀਰ ਦੇ ਵਿੱਚ ਜਾ ਕੇ ਸਤਿਗੁਰੂ ਸ਼ਬਦ ਦੇ ਅਸੀਂ ਭਾਵ ਅਰਥ ਨੂੰ ਸਮਝਣਾ ਹੁੰਦਾ ਹੈ ਕਿ ਸਤਿਗੁਰੂ ਜੀ ਕਹਿਣਾ ਕੀ ਚਾਹੁੰਦੇ ਨੇ। ਤੋ ਪਾਤਸ਼ਾਹ ਜੀ ਕਹਿੰਦੇ ਹਰਖ ਸੋਗ ਜਾਕੈ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ। ਐ ਮਨਾ ਤੂੰ ਸੁਣ, ਤੂੰ ਤਵੱਜੋ ਦੇ, ਤੂੰ ਧਿਆਨ ਬਖਸ਼, ਮੁਕਤ ਤਾਹੇ ਤੈ ਜਾਨ। ਜਿਹੜਾ ਬੰਦਾ ਜਿਉਂਦੇ ਜੀ ਖੁਸ਼ੀ ਤੇ ਗਮੀ ਤੋਂ ਜਿਹੜਾ ਉੱਚਾ ਉੱਠ ਜਾਂਦਾ ਹੈ, ਜਿਹਨੂੰ ਵੈਰੀ ਤੇ ਮਿੱਤਰ, ਮਿੱਤਰ ਤੇ ਦੁਸ਼ਮਣ ਵਿੱਚ ਕੋਈ ਫਰਕ ਨਹੀਂ ਲੱਗਦਾ, ਇੱਕੋ ਹੀ ਬਿਰਤੀ ਹੈ, ਤੇ ਪਾਤਸ਼ਾਹ ਕਹਿੰਦੇ ਉਹਨੂੰ ਸਮਝੋ ਮੁਕਤ ਜਾਣੋ। ਭਾਵ ਉਹਨੇ ਜਿਉਂਦੇ ਜੀ ਇਹਨਾਂ ਵਿਕਾਰਾਂ ਤੋਂ, ਤੇਰ ਤੇ ਮੇਰ ਤੋਂ ਗੁਰੂ ਸਾਹਿਬ ਜੀ ਕਹਿੰਦੇ ਉਹਨੇ ਛੁਟਕਾਰਾ ਪਾ ਲਿਆ। ਕਿਰਪਾ ਕਰ ਰਹੇ ਨੇ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ,
ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗੁਰੂ ਸਾਹਿਬ ਜੀ ਕਹਿੰਦੇ, ਹੇ ਨਾਨਕ ਭਾਵ ਹੇ ਮਨ ਸੁਣ, ਜਿਹੜਾ ਮਨੁੱਖ ਕਿਸੇ ਨੂੰ ਨਾ ਤਾਂ ਡਰਾਵੇ, ਭਾਵ ਨਾ ਕਿਸੇ ਨੂੰ ਡਰਾਵੇ ਦਿੰਦਾ ਹੈ, ਭਾਵ ਧਮਕੀਆਂ ਦਿੰਦਾ, ਐਵੇਂ ਡਰਾਈ ਜਾਵੇ, ਮੇਰੇ ਕੋਲ ਇੰਨੀ ਤਾਕਤ ਹੈ, ਮੈਨੂੰ ਫਲਾਨਾ ਜਾਣਦਾ, ਮੈਨੂੰ ਢੀਂਕੜਾ ਜਾਣਦਾ, ਜਿਹੜਾ ਐਦਾਂ ਨਹੀਂ ਨਾ ਕਰਦਾ। ਪਾਤਸ਼ਾਹ ਕਹਿੰਦੇ ਨਾ ਤਾਂ ਜਿਹੜਾ ਕਿਸੇ ਨੂੰ ਡਰਾਵੇ ਤੇ ਨਾ ਹੀ ਕਿਸੇ ਤੋਂ ਡਰੇ, ਤੇ ਗੁਰੂ ਸਾਹਿਬ ਜੀ ਕਹਿੰਦੇ ਨਾ ਹੀ ਕਿਸੇ ਦੇ ਡਰ ਨੂੰ ਮਨ ਵਿੱਚ ਰੱਖ ਕੇ ਘਬਰਾਵੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਹਨੇ ਇਹ ਗੱਲਾਂ ਆਪਣੇ ਜੀਵਨ ਵਿੱਚ ਲਾਗੂ ਕਰ ਲੀਆਂ, ਸਮਝ ਲਓ ਉਹਨੂੰ ਆਤਮਿਕ ਜੀਵਨ ਦੀ ਸੂਝ-ਬੂਝ ਮਿਲ ਗਈ, ਉਹ ਆਤਮਿਕ ਸੂਝ-ਬੂਝ ਵਾਲਾ ਹੈ। ਇਹ ਕੇਵਲ ਬਾਣੀ ਵਿੱਚ ਲਿਖਿਆ ਹੀ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਦੋਂ ਆਪਾਂ ਜੀਵਨ ਨੂੰ, ਗੁਰੂ ਦੇ ਇਤਿਹਾਸ ਨੂੰ ਵਾਚਦੇ ਹਾਂ, ਜਿਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਾਂ ਵੇਖਦੇ ਹਾਂ ਬਕਾਲੇ ਦੀ ਧਰਤੀ ਤੇ ਬਿਰਾਜੇ ਹਨ, ਤਾਂ ਉਸ ਵਕਤ ਧੀਰਮਲ ਵਰਗੇ ਸਿੰਘੇ ਮਸੰਦ ਦੇ ਰਾਹੀਂ ਧੀਰਮਲ ਨੇ ਗੁਰੂ ਸਾਹਿਬ ਜੀ ਦੇ ਉੱਪਰ ਗੋਲੀਆਂ ਵੀ ਚਲਵਾਈਆਂ। ਆ ਜਿਹੜਾ ਵਡਭਾਗ ਸਿਉ ਨਾ, ਹੁਣ ਕੋਈ ਮੰਨਦਾ ਹੋਵੇ ਤੇ ਉਹਨਾਂ ਨੇ ਤੇ ਕਹਿਣਾ ਵੀ ਇਹ ਨਵੀਂ ਗੱਲ ਛੇੜਦੀ। ਜਿਹੜਾ ਵਡਭਾਗ ਸਿਉ ਹੈ, ਜੋ ਜਿੱਥੇ ਗੁਰਦੁਆਰਾ ਬਣਿਆ ਜਲੰਧਰ ਵਿੱਚ ਕਰਤਾਰਪੁਰ ਲਾਗੇ ਗੁਰਦੁਆਰਾ ਥੰਮ ਸਾਹਿਬ ਬਣਿਆ, ਤੇ ਜਦੋਂ ਇਸ ਗੁਰਦੁਆਰੇ ਤੇ ਹਮਲਾ ਕੀਤਾ ਸੀ ਤੇ ਇਹ ਜਿਹੜਾ ਵਡਭਾਗ ਸਿਉ ਹੈ ਇਹ ਉੱਥੋਂ ਭੱਜ ਕੇ ਹਿਮਾਚਲ ਦੀਆਂ ਪਹਾੜੀਆਂ ਵਿੱਚ ਜਾ ਕੇ ਲੁਕ ਕੇ ਬਹਿ ਗਿਆ, ਡਰਦਾ ਮਾਰਾ। ਭਾਵ ਜਦੋਂ ਕੌਮ ਤੇ ਪੰਥ ਤੇ ਭੀੜ ਪਈ, ਇਹ ਡਰਦਾ ਉੱਥੇ ਬਹਿ ਗਿਆ, ਜਾ ਕੇ ਪੁੱਛਾਂ ਦੇਣ ਲੱਗ ਪਿਆ, ਤੇ ਲੋਕ ਇਹਨੂੰ ਮੰਨਣ ਲੱਗ ਪਏ। ਘਰਾਂ ਦੇ ਵਿੱਚ ਲਿਆ ਕੇ ਇਹਨਾਂ ਦੀਆਂ ਗੱਦੀਆਂ ਲਾ ਲੀਆਂ, ਇਹਨੂੰ ਪੂਜਣ ਲੱਗ ਪਏ। ਤੇ ਇਹ ਵਡਭਾਗ ਸਿਉ ਇਹ ਉਹਨਾਂ ਦੀ ਗੱਦੀ ਵਿੱਚੋਂ ਆ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਗੋਲੀਆਂ ਚਲਵਾਈਆਂ ਸਨ। ਇਹ ਇਤਿਹਾਸ ਕਹਿੰਦਾ, ਮੈਂ ਨਹੀਂ ਕਹਿੰਦਾ। ਤੇ ਜਿਹੜੇ ਹੁਣ ਇਹਨੂੰ ਮੰਨਣਗੇ ਜਾਂ ਮੰਨਦੇ ਨੇ, ਉਹ ਸਮਝ ਲਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੁਸ਼ਮਣ ਹਨ, ਨਾ ਕਿ ਉਹ ਗੁਰੂ ਸਾਹਿਬ ਦੇ ਸ਼ਰਧਾਲੂ। ਤੇ ਇੱਥੇ ਆਪਾਂ ਬੇਨਤੀ ਕਰ ਰਹੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਬਕਾਲੇ ਦੀ ਧਰਤੀ ਤੇ ਬਿਰਾਜੇ ਸਨ, ਤਾਂ ਉਸ ਵਕਤ 4 ਚੁਫੇਰੇ ਗੱਦੀਆਂ ਲਾ ਕੇ ਬਹਿ ਗਏ ਸਨ। ਤਾਂ ਫਿਰ ਮੱਖਣ ਸ਼ਾਹ ਲੁਬਾਣੇ ਨੇ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ। ਉਪਰੰਤ ਜਦੋਂ ਗੁਰੂ ਸਾਹਿਬ ਜੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆਏ, ਤਾਂ ਉਸ ਵਕਤ ਜਿਹੜਾ ਪ੍ਰਿਥੀ ਚੰਦ ਹੈ, ਉਹਦੀ ਅੰਸ਼ ਬੰਸ ਦੇ ਜਿਹੜੇ ਲੋਕ ਨੇ, ਸੋਢੀ ਨੇ, ਤੇ ਉਹਨਾਂ ਨੇ ਵੀ ਗੁਰੂ ਸਾਹਿਬ ਦੇ ਵਾਸਤੇ ਦਰਵਾਜ਼ੇ ਬੰਦ ਕਰ ਲਏ ਸਨ। ਪਰ ਵੇਖੋ ਹਰਖ ਸੋਗ ਜਾ ਕੇ ਨਹੀਂ, ਉਹਨਾਂ ਨੇ ਦਰਵਾਜ਼ੇ ਬੰਦ ਕੀਤੇ, ਸਤਿਗੁਰਾਂ ਨੇ ਕੋਈ ਗਿਲਾ ਹੀ ਨਹੀਂ ਕੀਤਾ। ਇੱਥੋਂ ਤੱਕ ਬਕਾਲੇ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੂੰ ਬੜਾ ਕੁਝ ਆਖਿਆ ਬੋਲਿਆ ਜਾਂਦਾ ਹੈ, ਪਰ ਸਤਿਗੁਰੂ ਜਿਹੜੀ ਗੱਲ ਬਾਣੀ ਵਿੱਚ ਕਹਿ ਰਹੇ ਨੇ ਨਾ, ਜਿਹੜੇ ਆਪਾਂ ਬਚਨ ਪੜ੍ਹੇ ਨੇ ਕਿ ਉਸਤਤ ਨਿੰਦਿਆ ਨਾਹੀ ਜਿਹੇ ਕੰਚਨ ਲੋ ਸਮਾਨ, ਜਿਹੜੇ ਬਚਨ ਆਪਾਂ ਪੜ੍ਹੇ ਹਰਖ ਸੋਗ ਜਾਕੈ ਨਹੀਂ ਬੈਰੀ ਮੀਤ ਸਮਾਨ, ਉਹ ਸਾਰੇ ਬੋਲ, ਸਾਰੇ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਕਰਕੇ ਦੱਸਿਆ ਹੈ। ਇਹ ਨਹੀਂ ਵੀ ਗੱਲ ਕਹਿ ਦਿੱਤੀ ਪਰ ਕਹਿੰਦੇ ਉਹਨੂੰ ਜੀਵਨ ਵਿੱਚ ਲਾਗੂ ਨਹੀਂ ਕੀਤਾ। ਤੇ ਜੇ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਤੇ ਆਨ, ਤਾਂ ਸਤਿਗੁਰੂ ਜੀ ਪੰਜਾਬ ਦੀ ਧਰਤੀ ਤੋਂ ਚੱਲੇ ਨੇ, ਅਸਾਮ ਦੀ ਧਰਤੀ ਤੇ ਸਤਿਗੁਰੂ ਗਏ, ਪੂਰਬ ਦੇਸ਼ ਵੱਲ ਗੁਰੂ ਸਾਹਿਬ ਜੀ ਨੇ 5 ਸਾਲ ਦਾ ਪ੍ਰਚਾਰਕ ਦੌਰਾ ਕੀਤਾ। ਪਰ ਔਰੰਗਜ਼ੇਬ ਨੇ ਆਪਣੇ ਵੱਲੋਂ ਭੇਜੇ ਅਹਿਲਕਾਰ, ਰਾਜਾ ਮਿਰਜ਼ਾ ਜੈ ਸਿੰਘ ਸੀ ਨਾ ਜਿਹੜਾ, ਉਹਨੂੰ ਆਪਣੇ ਵੱਲੋਂ ਭੇਜਿਆ ਸੀ, ਤੇ ਅਸਾਮੀਆਂ ਦੀ ਤੇ ਇਹਨਾਂ ਦੋਵਾਂ ਦੀ ਆਪਸ ਵਿੱਚ ਜੰਗ ਬਹੁਤ ਤਕੜੀ ਹੋਣੀ ਸੀ, ਜਿਹਦੇ ਵਿੱਚ ਬਹੁਤ ਜ਼ਿਆਦਾ ਖੂਨ ਖਰਾਬਾ ਹੋਣਾ ਸੀ। ਕਿਤੇ ਝਗੜਾ ਹੋ ਰਿਹਾ ਹੋਵੇ, ਆਪਾਂ ਕਹਿੰਦੇ ਕਿਨਾਰਾ ਕਰ ਜੋ, ਆਪਾਂ ਕੀ ਲੈਣਾ ਹੈ। ਪਰ ਇਹ ਇੱਕ ਕੋਈ ਸੂਰਬੀਰ ਯੋਧੇ ਦਾ ਹੀ ਕੰਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਪੰਜਾਬ ਤੋਂ ਚੱਲੇ ਨੇ, ਅਸਾਮ ਦੇਸ਼ ਦੀ ਧਰਤੀ ਤੇ ਜਾਂਦੇ ਨੇ, ਪ੍ਰਚਾਰ ਕੀਤਾ। ਲਗਭਗ ਗੁਰੂ ਸਾਹਿਬ ਜੀ ਨੇ 4.5-5 ਸਾਲ ਤੱਕ, ਤੇ ਉਹਨਾਂ ਦੋਵਾਂ ਰਾਜਿਆਂ ਦੇ ਵਿੱਚ ਉਸ ਖੂਨ ਖਰਾਬੇ ਨੂੰ ਖਤਮ ਕਰਕੇ, ਸਮਾਪਤ ਕਰਕੇ, ਮੇਰੇ ਗੁਰੂ ਸਾਹਿਬ ਜੀ ਫਿਰ ਵਾਪਸ ਪਟਨਾ ਸਾਹਿਬ ਤੇ ਪਟਨਾ ਸਾਹਿਬ ਦੀ ਧਰਤੀ ਤੋਂ
सतगुरु सच्चे पातशाह जी जदों कीरतपुर साहब आए, एक होर बेनती करदे हां कि गुरु साहब जी ने किसी की भी जगह नहीं मल्ली। जदों सतगुरु जी कीरतपुर साहब आए सन, क्योंकि गुरु हरगोबिंद साहब ते सतवें पातशाह ने इस पावन जगह नूं वसाया है, पर जदों सतगुरु इत्थे आए जिहड़े कुछ सोढी ने, जिहड़े मसंद ने ना, उन्हां नूं बड़ी ईरखा होई, जैलसी होई कि ये कीरतपुर साहब आ गए ने, ये किते इत्थे आके पक्का डेरा ही ना ला लैण, साडी मनौत साडी वडियाई प्रभता घट जानी है। पर गुरु साहब दे अंदर रत्ता भर भी मोह नहीं, त्यागी किन्ने ने, मोह तो किन्ने उच्चे उठे ने। ये हुण गल कहनी सौखी है, सुननी भी, पर हुण गुरु साहब की गल करनी ते पएगी। मोह तो किन्ने उच्चे उच्चे उठे ने, त्यागी किन्ने ने कि उत्थे सतगुरां ने कोई झगड़ा नहीं किया, कोई ये नहीं दावा किया कि ये जगह साडे प्यो दादियां दी है, इत्थे असीं रवांगे, तुसीं कौन हुन्ने हो भजाउण वाले। गुरु साहब जी चुपचाप उथों चले गए। धीरजता किन्नी है, ते उथों कुछ दूरी ते जाके 7 मीलों की दूरी ते गुरु साहब जी ने एक नगर बसाया, जिन्हों पहलों माखोवाल की धरती आख्या जाता सी। फिर उस तो बाद उहदा नाम नानकी चक पिया अपनी माता जी के नाम ते। फिर उस तो बाद उसे धरती का नाम पिया श्री आनंदपुर साहिब। बेनती तां कर रहे सां कि सतगुरु जी किन्ने महान ने, ते इत्थे बचन आए ने। गुरु साहब जी कहंदे जेड़ा ना डरे ते जेड़ा ना ही किसे नूं डरावे वो ब्रह्म ज्ञानी है। पर मेरे सतगुरां ने इत्थे ये भी इशारा किया है, किसे नूं ठगना भी पाप है, किसे नाल धोखा करना भी पाप है, ते किसे तो डरना भी पाप है, ते किसे नूं डराउणा भी पाप है। ते जे किसे ते जुल्म करना पाप है तां जुल्म चुपचाप सही जाना ये भी गुरु साहब जी कहंदे बहुत वड्डा पाप है। जे किसे नाल ठगी मारनी पाप है, तुहानू पता है कि कोई बंदा ठगी मार रहा है, पर कहंदे फिर भी तुसीं चुप जे, ठगिया जाना भी गुरु साहब जी कहंदे पाप ने, पर बसरते तुहानू पता होवे भी सच की है, हकीकत की है। इसे लिए मेरे सतगुरु सच्चे पातशाह ने जिक्र किया है कि भाई जेड़ा ना डरदे, ना ही किसे तो डरदा ते ना किसे नूं डराउंदा है, सही मैनिਆਂ ਦੇ ਵਿੱਚ ਉਹੀ असली ब्रह्म ज्ञानी है। ब्रह्म ज्ञानी कोई कपड़ियां ਦਾ ਨਾਂ नहीं हुंदा। ब्रह्म ज्ञानी वड्डी गड्डी ਦਾ नाम ब्रह्म ज्ञानी नहीं। ब्रह्म ज्ञानी दे अर्थ ने जिन्हों ब्रह्म का ज्ञान है, जिन्हें बाणी नूं, जिन्हें अपने गुरु दे उपदेश नूं जीवन दे विच कमा लिया है। होर उदाहरण दियां, धन गुरु गोबिंद सिंह महाराज सच्चे पातशाह आनंदपुर साहब की धरती ते बराजे ने, तां एक सिख सतगुरां दे चरनां विच आया, कहंदा सच्चे पातशाह जी मैनू सेवा दसो। कलगीधर दशमेश पिता जी जानी जान कहंदे भाई तेरा नाम की है, तू काम की करदा, तेरी किरत की है। वेखो किरत कोई माड़ी नहीं, क्योंकि जे आपां आखीए भी इन्हां देशां विच ते हर एक इंसान नूं पता नहीं किहड़ी किहड़ी किरत करनी पै जे, उस किरत दे विचों तुसीं करते नूं वेखना है। खैर बेनती करा, सतगुरु कहंदे की किरत करदा है? कहंदा पातशाह जी पहली गल मैनू सेवा दसो। सतगुरु कहंदे पहलां दस काम की जानदा है? कहन लगा जी मैं वैद हाँ वैद। इतिहास विच उहदा नाम आया वैद सुजान। अमृत छक के बाद विच वैद सुजान सिंह बनिया। कहंदा सतगुरु जी मैं वैद हाँ, भाव जंगलों दे विचों जाके मैं कोई बूटी आदक उथों पुट के फिर वो दवाई तैयार करके लोगों का भला करदा, पर किरपा करके मैनू कोई सेवा दसो, मैनू हुक्म करो। कलगीधर दशमेश पिता जी कहंदे भाई दो तरह की सेवा हुंदी है। दो तरह की सतगुरु जी केड़ी सेवा? पातशाह जी कहन लगे दो तरह की सेवा यह है, एक तो है हुक्म मनण की सेवा, ते तू इउं दस भी तू सेवा केड़ी करनी है दोवां विचों, हुक्म मनण वाली करनी है जां हुक्म मनाउण वाली करनी है? हथ जोड़ के कहंदा सतगुरु जी मैं तो हुक्म मनण वाली सेवा करनी है। धन गुरु गोबिंद सिंह महाराज सच्चे पातशाह कहंदे ओ सामने रस्ता वेख रहे हैं? कहंदा हाँ जी।
ਪਾਤਸ਼ਾਹ ਕਹਿੰਦੇ ਬਸ ਸਿੱਧਾ ਉਧਰ ਭੱਜਿਆ ਹੀ ਜਾ, ਬਸ ਰੁਕੀ ਨਾ, ਭੱਜਿਆ ਹੀ ਜਾਈ। ਹੁਣ ਜੇ ਮੇਰੇ ਵਰਗਾ ਹੁੰਦਾ ਉਹਨੇ ਕਹਿਣਾ ਸੀ ਭੱਜਣਾ ਕਾਹਨੂੰ ਆ, ਹੌਲੀ ਹੌਲੀ ਜਾਂਦੇ ਆ ਤੁਰ ਕੇ। ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਹੈ ਤੇ ਹੁਣ ਭੱਜਣਾ ਜ਼ਰੂਰੀ ਹੈ। ਪਰ ਹੁਣ ਗੁਰੂ ਸਾਹਿਬ ਨੂੰ ਕਹਿ ਚੁੱਕਿਆ ਜੀ ਮੈਂ ਤਾਂ ਹੁਕਮ ਮੰਨਣ ਦੀ ਸੇਵਾ ਕਰਨੀ ਹੈ। ਤੇ ਗੁਰੂ ਸਾਹਿਬ ਜੀ ਦੀ ਬਾਣੀ ਜਦੋਂ ਤੁਸੀਂ ਪੜ੍ਹਦੇ ਹੋ ਨਾ, ਪਹਿਲੀ ਬਾਣੀ ਵਿੱਚ ਪਹਿਲੇ ਪਾਤਸ਼ਾਹ ਨੇ ਪਹਿਲਾ ਉਪਦੇਸ਼ ਹੀ ਇਹ ਕੀਤਾ ਹੈ। ਪ੍ਰਵਾਨ ਬੰਦਾ ਉਦੋਂ ਹੀ ਹੁੰਦਾ ਭਾਵੇਂ ਘਰ ਵਿੱਚ ਹੈ, ਭਾਵੇਂ ਉਹ ਰਿਸ਼ਤੇਦਾਰੀ ਵਿੱਚ ਹੈ, ਸਮਾਜ ਵਿੱਚ ਹੈ, ਭਾਵੇਂ ਕਿਸੇ ਵੀ ਅਹੁਦੇ ਤੇ ਹੈ। ਲੋਕਾਂ ਨੂੰ ਉਹੀ ਬੰਦਾ ਪ੍ਰਵਾਨ ਹੁੰਦਾ ਜਿਹੜਾ ਇੰਜ ਕਹਿ ਲੋ ਗੱਲ ਮੰਨ ਲੈਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ, ਗੁਰੂ ਨੂੰ ਹੁਕਮ ਨਹੀਂ ਕਰਨਾ, ਕੇਵਲ ਤੇ ਕੇਵਲ ਆਪਾਂ ਗੁਰੂ ਦਾ ਹੁਕਮ ਮੰਨਣਾ। ਤਾਂ ਹੀ ਤੇ ਇਹ ਦੋਹਰਾ ਜਿਹੜਾ ਪੰਥ ਨੇ ਇਹ ਤਿਆਰ ਕੀਤਾ ਕਹਿ ਲੋ, ਜਾਂ ਪੰਥ ਦੇ ਇਹ ਬੋਲ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲਾਂ ਨੂੰ ਦੋਹਰੇ ਦੇ ਰੂਪ ਦੇ ਵਿੱਚ ਉਹਨਾਂ ਨੇ ਤਿਆਰ ਕੀਤਾ। ਤੇ ਆਪਾਂ ਰੋਜ਼ ਪੜ੍ਹਦੇ ਹਾਂ ਕਿ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਕਮ ਹੈ ਬੇਨਤੀ ਨਹੀਂ। ਇਹ ਮੇਰੇ ਖਿਆਲ 'ਚ ਹੁਕਮ ਤਾਂ ਹੀ ਕਰ ਗਏ ਵੀ ਇਹ ਤਾਂ ਹੁਕਮ ਮਸਾਂ ਮੰਨਣਗੇ, ਬੇਨਤੀ ਕਿੱਥੋਂ ਮੰਨ ਲੈਣੀ ਹੈ। ਇਸ ਲਈ ਵਿਦਵਾਨਾਂ ਨੇ ਇੱਥੇ ਹੁਕਮ ਲਫ਼ਜ਼ੀ ਵਰਤਿਆ। ਖੈਰ ਰਹੋ ਵਿਚਾਰ। ਕਲਗੀਧਰ ਦਸ਼ਮੇਸ਼ ਪਿਤਾ ਕਹਿੰਦੇ ਭੱਜਿਆ ਜਾ ਸਿੱਧਾ ਹੀ, ਸਤਿਗੁਰਾਂ ਦਾ ਬਚਨ ਮੰਨਿਆ, ਸਿੱਧਾ ਹੀ ਕਹਿੰਦੇ ਭੱਜ ਲਿਆ ਰਾਹੇ ਰਾਹ। ਪਰ ਸਤਿਗੁਰੂ ਜੀ ਪਹਿਲਾਂ ਕਹਿੰਦੇ ਵੀ ਭੱਜਿਆ ਹੀ ਜਾਈ ਜਿੱਥੇ ਤੇਰਾ ਸਾਹ ਫੁੱਲ ਜੇ। ਸਾਹ ਫੁੱਲਣ ਤੋਂ ਭਾਵ ਤੇਰਾ ਦਮ ਚੜ ਜੇ, ਉੱਥੇ ਰੁਕ ਜੀ, ਉੱਥੇ ਛੰਨ ਪਾ ਲਈ। ਤੇ ਜੰਗਲਾਂ ਬੇਲਿਆਂ ਦੇ ਵਿੱਚੋਂ ਜੋ ਵੀ ਤੈਨੂੰ ਬੂਟੀ, ਜਿਸ ਬੂਟੀ ਦੀ ਤੈਨੂੰ ਨੌਲੇਜ ਹੈ, ਤੈਨੂੰ ਪਤਾ ਹੈ ਵੀ ਆ ਚੰਗੀ ਜਾਂ ਮਾੜੀ, ਕੁਛ ਵੀ ਉਹ ਤੈਨੂੰ ਪਤਾ ਹੈ, ਉਹ ਤਿਆਰ ਕਰਕੇ ਉੱਤੇ ਛੰਨ ਪਾ ਲੈ। ਆਉਂਦੇ ਜਾਂਦੇ ਰਾਹੀ ਪਾਂਧੀ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ, ਜਿਹੜੇ ਕੋਈ ਤਨ ਕਰਕੇ ਰੋਗੀ ਨੇ, ਮਨ ਦਾ ਰੋਗ ਤਾਂ ਬਾਣੀ ਸੁਣ ਕੇ ਉਹਨਾਂ ਦਾ ਦੂਰ ਹੋ ਹੀ ਜਾਣੇ, ਪਰ ਜਿਹੜੇ ਸਰੀਰਕ ਪੱਖੋਂ ਰੋਗੀ ਨੇ, ਗੁਰੂ ਸਾਹਿਬਾਨਾਂ ਨੇ ਬਕਾਇਦਾ ਵੇਖੋ ਬਿਰਧ ਆਸ਼ਰਮ, ਤੇ ਇੱਥੋਂ ਤੱਕ ਖਿਮਾ ਕਰਨੀ ਬਿਰਧ ਆਸ਼ਰਮ, ਮੈਂ ਆਪਣੇ ਬੋਲ ਵਾਪਸ ਲੈਣਾ, ਗੁਰੂ ਸਾਹਿਬ ਨੇ ਬਿਰਧ ਆਸ਼ਰਮ ਨਹੀਂ ਬਣਾਏ, ਗੁਰੂ ਸਾਹਿਬ ਜੀ ਨੇ ਦਵਾਖਾਨੇ ਬਣਾਏ। ਗੁਰੂ ਸਾਹਿਬ ਜੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਦੀ ਧਰਤੀ ਤੇ ਗਏ, ਤਰਨ ਤਾਰਨ ਦੀ ਧਰਤੀ ਤੇ ਬਕਾਇਦਾ ਦਵਾਖਾਨੇ ਬਣਾਏ ਗਏ। 7ਵੇਂ ਪਾਤਸ਼ਾਹ ਨੇ ਦਵਾਖਾਨਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਣਾਇਆ। ਤੇ ਵੱਡੇ ਵੱਡੇ ਰਾਜਿਆਂ ਦੇ ਪੁੱਤਰ ਵੀ ਜਦੋਂ ਰੋਗੀ ਹੋ ਗਏ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਤੰਦਰੁਸਤ ਕੀਤਾ। ਬੇਨਤੀ ਜਿਹੜੀ ਕਰਨ ਲੱਗੇ ਸਾਂ ਕਿ ਗੁਰੂ ਸਾਹਿਬ ਕਹਿੰਦੇ ਵੀ ਮਨ ਦਾ ਰੋਗ ਤਾਂ ਬਾਣੀ ਕਰਕੇ ਨਿਵਰਤ ਹੋ ਜਾਣਾ ਹੈ, ਪਰ ਕਹਿੰਦੇ ਤਨ ਦੇ ਰੋਗ ਦੀ ਤੂੰ ਨਿਵਰਤੀ ਕਰਨੀ, ਇੱਥੇ ਛੰਨ ਪਾ ਲੈ। ਆਏ ਗਏ ਰਾਹੀ ਪਾਂਧੀਆਂ ਨੂੰ ਦਵਾਈ ਬੂਟੀ ਦੇਣੀ ਤੇ ਨਾਲੋਂ ਨਾਲ ਕੁਝ ਘੜੇ ਰੱਖ ਲੈ, ਜਲ ਵੀ ਛਕਾਉਣਾ ਹੈ। ਸ਼ਾਇਦ ਤੁਸੀਂ ਜਿਹੜੇ ਬਜ਼ੁਰਗ ਪੁਰਾਣੇ ਪਿੰਡਾਂ ਚੋਂ ਆਏ ਹੋ, ਤੁਸੀਂ ਜਾਣਦੇ, ਉਹਨੂੰ ਬੋਲਦੇ ਸਨ ਪਾਓ, ਘੜੇ ਰੱਖ ਲੈਣੇ ਉਹਨੂੰ ਪਾਓ ਕਹਿੰਦੇ ਸਨ। ਤੇ ਹੁਣ ਤੇ ਮੇਰੇ ਖਿਆਲ 'ਚ ਪਤਾ ਨਹੀਂ, ਰਸਤੇ ਦੇ ਵਿੱਚ ਠੰਡੇ ਜਲ ਦੇ ਘੜੇ ਭਰ ਕੇ ਰੱਖ ਲੈਣੇ। ਆਏ ਗਏ ਰਾਹੀ ਪਾਂਧੀਆਂ ਨੂੰ ਲੋਕ ਜਲ ਛਕਾਇਆ ਕਰਦੇ ਸਨ। ਇਹ ਇਦਾਂ ਦੇ ਵੀ ਬਜ਼ੁਰਗ ਤੁਸੀਂ ਵੇਖੇ ਹੋਣਗੇ ਅੱਖੀਂ ਕਿ ਉੱਥੇ ਉਹ ਕੋਈ ਜਲ ਦੀ ਸੇਵਾ ਕਰ ਰਿਹਾ, ਕੋਈ ਆਪਾਂ ਵੇਖੋ ਬੱਸ ਸਟੈਂਡ ਤੇ ਬੈਠਾ ਹੈ, ਕੋਈ ਮੋੜ ਤੇ ਬੈਠਾ ਹੈ, ਲੋਕ ਆਉਂਦੇ ਉੱਥੇ ਕੁਝ ਮਾਇਆ ਰੱਖ ਜਾਂਦੇ, ਨਾਲੇ ਉਹਦੀ ਉਪਜੀਵਕਾ ਹੁੰਦੀ ਸੀ, ਨਾਲੇ ਉਹ ਲੋਕਾਂ ਨੂੰ ਜਲ ਛਕਾਉਂਦਾ। ਵੈਦ ਸੁਜਾਨ ਸਿੰਘ ਇੱਥੇ ਕਾਫੀ ਲੰਮਾ ਸਮਾਂ ਇਹ ਸੇਵਾ ਹੁਕਮ ਮੰਨਣ ਦੀ ਕਰਦਾ ਰਿਹਾ। ਇਤਿਹਾਸ ਕਹਿੰਦਾ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਨਾਲ ਦੇ ਸਿੰਘਾਂ ਨੂੰ ਕਹਿੰਦੇ ਭਾਈ ਤਿਆਰੀ ਕਰੋ, ਚਲੋ ਚੱਲੀਏ, ਜਾ ਕੇ ਵੇਖੀਏ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਏ, RAM ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਜਿਹੜਾ ਆਪਣੇ ਆਪ ਹੰਕਾਰ ਤੋਂ ਜਿਹੜਾ ਨਿਵਰਤ ਹੋ ਗਿਆ ਨਾ, ਜਿਹਨੇ ਆਪਣਤ ਛੱਡਤੀ, ਉਹ ਰੱਬ ਦੇ ਬਚਨ ਦੇ ਉੱਪਰ ਖਰਾ ਉਤਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਚਲੋ ਭਾਈ ਚੱਲੀਏ। ਨਾਲ ਦੇ ਸਿੰਘ ਕਹਿੰਦੇ ਸਤਿਗੁਰੂ ਜੀ ਰਾਸ਼ਨ ਪਾਣੀ ਵੀ ਨਾਲ ਲੈ ਲਈਏ, ਰਸਤੇ ਵਿੱਚ ਕਿਤੇ ਪੜਾਅ ਕਰਨਾ ਪੈਂਦਾ ਹੈ। ਸਤਿਗੁਰੂ ਜੀ ਕਹਿੰਦੇ ਨਹੀਂ, ਆਪਾਂ ਜਾਣਾ ਤੇ ਵਾਪਸ ਆ ਜਾਣਾ, ਬਹੁਤੀ ਦੂਰ ਨਹੀਂ। ਹੁਣ ਸਤਿਗੁਰੂ ਜੀ ਕਸਵੱਟੀ ਲਾ ਕੇ ਵੇਖ ਰਹੇ ਨੇ ਵੀ ਇਹ ਕਹਿੰਦਾ ਤਾਂ ਹੈ ਵੀ ਮੈਂ ਹੁਕਮ ਮੰਨਾਂਗਾ, ਪਰ ਵੇਖ ਵੀ ਲਈਏ ਵੀ ਖਰਾ ਵੀ ਉਤਰਦਾ ਕਿ ਨਹੀਂ। ਇਧਰੋਂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਚਾਲੇ ਪਾਤੇ ਤੇ ਇਧਰੋਂ ਵੈਦ ਸੁਜਾਨ ਸਿੰਘ ਬੈਠੇ ਰਾਹੀ ਪਾਂਧੀਆਂ ਨੂੰ ਦਵਾਈ ਬੂਟੀ ਦੇ ਰਿਹਾ ਹੈ।
ਇਤਿਹਾਸ ਕਹਿੰਦਾ ਵੀ ਇੰਨੇ ਚਿਰ ਨੂੰ ਇੱਕ ਬਜ਼ੁਰਗ ਮਾਂ ਦੌੜੀ ਆਈ, ਉੱਚੀ ਉੱਚੀ ਆਵਾਜ਼ਾਂ ਮਾਰਦੀ ਹੈ ਕਿ ਬਾਬਾ ਜੀ, ਵੈਦ ਜੀ, ਛੇਤੀ ਚੱਲੋ, ਮੇਰੇ ਘਰ ਦੇ ਵਿੱਚ ਮੇਰੀ ਨੂੰਹ ਬਹੁਤ ਜ਼ਿਆਦਾ ਬਿਮਾਰ ਹੈ, ਉਹਦੇ ਪੇਟ ਦੇ ਵਿੱਚ ਬੜਾ ਦਰਦ ਹੋ ਰਿਹਾ ਤੇ ਉਹਨੂੰ ਜਾ ਕੇ ਦਵਾਈ ਦਿਓ। ਇਧਰੋਂ ਵੈਦ ਸੁਜਾਨ ਸਿੰਘ ਨੂੰ ਵੀ ਇੰਜ ਕਹਿ ਲਓ ਵੀ ਟੈਲੀਫੋਨ ਖੜਕਿਆ। ਹੁਣ ਤੁਸੀਂ ਕਹਿਣਾ ਹੈ ਵੀ ਟੈਲੀਫੋਨ ਉਦੋਂ ਕਿਹੜਾ ਖੜਕਿਆ ਹੋਣਾ, ਵੀ ਤੇ ਅੱਜ ਕੱਲ੍ਹ ਦੀਆਂ ਗੱਲਾਂ ਨੇ। ਇਹ ਤੇ ਅੱਜ ਬਣਾਏ ਨੇ ਉਹ ਟੈਲੀਫੋਨ ਸੀ ਸੁਰਤ ਤੇ ਸ਼ਬਦ ਦਾ। ਜੇ ਅੱਜ ਬਿਨਾਂ ਤਾਰ ਤੋਂ ਆ 7 ਸਮੁੰਦਰੋਂ ਪਾਰ ਬੈਠੇ ਇੱਕ ਦੂਜੇ ਦੇ ਨਾਲ ਫੇਸ ਟਾਈਮ ਤੁਸੀਂ ਗੱਲ ਕਰ ਸਕਦੇ ਹੋ, ਇੱਕ ਦੂਜੇ ਨਾਲ ਕੰਨਾਂ ਦੇ ਨਾਲ ਤੁਸੀਂ ਗੱਲ ਬਿਨਾਂ ਤਾਰਾਂ ਤੋਂ ਸੁਣ ਸਕਦੇ ਹੋ, ਤਾਂ ਫਿਰ ਜਦੋਂ ਸੁਰਤ ਤੇ ਸ਼ਬਦ ਦੀ ਗੱਲ ਆਉਂਦੀ ਹੈ ਤੇ ਉਦੋਂ ਫਿਰ ਇੱਥੇ ਆ ਕੇ ਆਪਾਂ ਤਰਕ ਕਿਉਂ ਕਰਦੇ ਹਾਂ। ਹੁਣ ਕਹਿੰਦੇ ਸੁਰਤ ਤੇ ਸ਼ਬਦ ਦਾ ਟੈਲੀਫੋਨ ਕੀ ਸੀ? ਅੰਦਰ ਭਾਵਨਾ ਸੀ। ਇਧਰੋਂ ਕਹਿੰਦੇ ਉਹ ਮਾਤਾ ਹਾਲ ਪਹਾਰੇ ਪਾ ਰਹੀ ਹੈ। ਐਵੇਂ ਨਹੀਂ ਗੁਰੂ ਨੇ ਬਾਣੀ ਵਿੱਚ ਆਖਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਖਾ 13 ਗੁਰੂ ਸ਼ਬਦ ਹੈ ਤੇ ਜਿਹੜੀ ਸੁਰਤ ਹੈ ਇਹ ਚੇਲਾ, ਇਹ ਸੇਵਕ ਹੈ। ਤੇ ਜਿੱਥੇ ਇਹ ਬਿਰਤੀ ਬਣ ਜੇ, ਇਹ ਪਿਆਰ ਬਣ ਜੇ, ਉੱਥੇ ਆਪਣਤ ਖਤਮ ਹੋ ਜਾਂਦੀ ਹੈ। ਉਧਰੋਂ ਮਾਈ ਕਹਿੰਦੀ ਜਲਦੀ ਚੱਲੋ ਘਰ ਵਿੱਚ, ਮੇਰੀ ਧੀ ਨੂੰਹ ਰਾਣੀ ਬਹੁਤ ਦੁਖੀ ਹੈ, ਛੇਤੀ ਪਹੁੰਚੋ। ਤੇ ਇਧਰੋਂ ਕਲਗੀਧਰ ਦਸ਼ਮੇਸ਼ ਪਿਤਾ ਜੀ ਵੀ ਬਿਲਕੁਲ ਸਾਹਮਣੇ ਆ ਗਏ। ਉਹਨੂੰ ਵੀ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚ ਚੁੱਕੇ ਨੇ। ਵੇਖੋ, ਇੱਕ ਤਾਂ ਪੇਪਰ ਹੁੰਦਾ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸਕੂਲ ਕਾਲਜ ਯੂਨੀਵਰਸਿਟੀਆਂ ਵਿੱਚ ਪੜ੍ਹੇ ਹੋ ਤੁਸੀਂ, ਉਹ ਪੇਪਰ ਤੁਸੀਂ ਵੇਖਦੇ ਹੋ, ਉਹ ਕੀਤਾ ਜਾਂਦਾ ਕੋਈ 3 ਘੰਟਿਆਂ ਦਾ, ਕੋਈ 4 ਘੰਟਿਆਂ ਦਾ। ਪਰ ਇਹ ਜਿਹੜਾ ਪੇਪਰ ਹੈ ਨਾ, ਇਹਦੇ ਵਿੱਚ ਕੋਈ ਘੰਟੇ ਨਹੀਂ ਹੁੰਦੇ। ਇਹ ਉਦੋਂ ਹੀ ਉਸੇ ਵਕਤ ਹੀ ਇਹਨੂੰ ਸੋਲਵ ਕਰਨਾ ਹੁੰਦਾ ਹੈ, ਉਦੋਂ ਹੀ ਉਹਨੂੰ ਕਲੀਅਰ ਕਰਨਾ ਹੁੰਦਾ ਹੈ। ਇਹ ਆ ਸਿੱਖ ਤੇ ਗੁਰੂ ਦਾ ਪੇਪਰ। ਇਤਿਹਾਸ ਕਹਿੰਦਾ ਇਧਰੋਂ ਮਾਤਾ ਆਵਾਜ਼ਾਂ ਮਾਰਦੀ ਹੈ ਤੇ ਇਧਰੋਂ ਕਲਗੀਧਰ ਦਸ਼ਮੇਸ਼ ਪਿਤਾ ਜੀ ਆਏ ਨੇ, ਕਿਉਂਕਿ ਇਹ ਸਾਰੀ ਵਿਧੀ ਮੇਰੇ ਗੁਰੂ ਨੇ ਪੇਪਰ ਪਾਇਆ ਸੀ। ਇਹ ਸਭ ਕੁਝ ਵੇਖਣਾ ਚਾਹੁੰਦੇ ਨੇ ਕਿ ਮੇਰਾ ਸਿੱਖ ਕਹਿੰਦਾ ਤਾਂ ਹੈ ਕਿ ਮੈਂ ਹੁਕਮ ਮੰਨਣ ਦੀ ਸੇਵਾ ਕਰਨੀ ਹੈ, ਵੇਖੀਏ ਵੀ ਹੁਕਮ ਮੰਨਦਾ ਵੀ ਹੈ ਕਿ ਨਹੀਂ। ਕਹਿੰਦੇ ਇਧਰੋਂ ਮਾਤਾ ਬਾਰ-ਬਾਰ ਕਹਿੰਦੀ ਹੈ, ਸਾਹਮਣੇ ਕਲਗੀਧਰ ਦਸ਼ਮੇਸ਼ ਪਿਤਾ ਨੇ ਤੇ ਅੰਦਰੋਂ ਸੁਰਤ ਤੇ ਸ਼ਬਦ, ਜਿਹੜਾ ਅੰਦਰੋਂ ਸੁਰਤ ਜੁੜੀ ਹੋਈ ਹੈ ਨਾ, ਤਾਂ ਫਿਰ ਸੁਰਤ ਅੰਦਰੋਂ ਕਹਿੰਦੀ ਹੈ ਨਹੀਂ ਵੈਦ ਸੁਜਾਨ ਸਿਆ, ਪੇਪਰ ਪੈ ਚੁੱਕੀਆਂ, ਇਹਦੇ ਤੇ 3 ਜਾਂ 4 ਘੰਟੇ ਨਹੀਂ, ਇਹ ਹੁਣੀ ਪਿਆ ਤੇ ਇਹਨੂੰ ਹੁਣੀ ਪਾਸ ਕਰਨਾ ਪੈਣਾ ਹੈ। ਤੇ ਪਾਸ ਕਿਦਾਂ? ਇੱਕ ਬੰਨੇ ਗੁਰੂ ਹੈ ਤੇ ਇੱਕ ਬੰਨੇ ਕਹਿੰਦੇ ਉਹ ਮਾਤਾ ਹੈ, ਕਿਉਂਕਿ ਮਾਲਕ ਵਾਹਿਗੁਰੂ ਮਨੁੱਖਤਾ ਵਿੱਚ ਵਸਦਾ ਹੈ, ਖਲਕਤ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਹਿੰਦੇ ਹੁਣ ਪੇਪਰ ਪੈ ਚੁੱਕੇ ਹੈ। ਵੈਦ ਸੁਜਾਨ ਸਿੰਘ ਕਹਿੰਦਾ ਮੈਂ ਗੁਰੂ ਵੱਲ ਜਾਵਾਂ ਜਾਂ ਮਾਤਾ ਵੱਲ, ਇੱਕਦਮ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰਕੇ ਗੁਰੂ ਵੱਲ ਨਹੀਂ ਦੇਖਿਆ, ਮਾਤਾ ਵੱਲ ਦੌੜ ਗਿਆ ਹੈ। ਕਹਿੰਦਾ ਚੱਲ ਮਾਤਾ ਚੱਲੀਏ। ਘਰ ਗਏ, ਜਾ ਕੇ ਇਉਂ ਨਹੀਂ ਵੀ ਕੰਮ ਜਾਂ ਨਿਬੇੜਿਆ ਵੀ ਦਵਾਈ ਦੇ ਕੇ ਵੀ ਚਲੋ ਫਿਰ ਵਾਪਸ ਗੁਰੂ ਕੋਲ ਜਾਵਾਂ। ਇਤਿਹਾਸ ਕਹਿੰਦਾ ਵੈਦ ਸੁਜਾਨ ਸਿੰਘ ਘਰ ਗਿਆ, ਬੜੇ ਵਧੀਆ ਢੰਗ ਤਰੀਕੇ ਨਾਲ ਦਵਾਈ ਬੂਟੀ ਦਿੱਤੀ ਤੇ ਉਹ ਬੱਚੀ, ਉਹ ਧੀ ਬਿਲਕੁਲ ਤੰਦਰੁਸਤ ਹੋ ਗਈ, ਬਿਲਕੁਲ ਠੀਕ ਹੋ ਗਈ। ਇਧਰੋਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਕੋਲ ਜਦੋਂ ਵਾਪਸ ਗਿਆ ਤੇ ਗੁਰੂ ਸਾਹਿਬ ਨੇ ਘੁੱਟ ਕੇ ਕਲੇਜੇ ਨਾਲ ਲਾਇਆ। ਗੁਰੂ ਸਾਹਿਬ ਜੀ ਕਹਿੰਦੇ ਵੈਦ ਸੁਜਾਨ ਸਿੰਘ, ਤੂੰ ਇਸ ਪੇਪਰ ਦੇ ਵਿੱਚ ਪਾਸ ਹੋ ਗਿਆ ਹੈ, ਫੇਲ ਹੋ ਸਕਦਾ ਸੀ ਪਰ ਤੂੰ ਆਪਣੀ ਭਾਵਨਾ, ਵੇਖੋ 2 ਗੱਲਾਂ ਨੇ, ਇੱਕ ਹੁੰਦਾ ਹੈ ਗਿਆਨ ਤੇ ਇੱਕ ਹੁੰਦੀ ਹੈ ਭਾਵਨਾ। ਜੇ ਬੰਦੇ ਦੇ ਕੋਲ ਬਹੁਤ ਜ਼ਿਆਦਾ ਗਿਆਨ ਹੋਵੇ ਨਾ ਤੇ ਉਹਦੇ ਕੋਲ ਭਾਵਨਾ ਨਾ ਹੋਵੇ ਤੇ ਉਹਦਾ ਜਿਹੜਾ ਬਾਹਰਲੀ ਤੌਰ ਤੇ ਫੋਕਾ ਗਿਆਨ ਹੈ, ਉਹਨੇ ਵੀ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਪਰ ਜੇ ਬੰਦੇ ਦੇ ਕੋਲ ਕੇਵਲ ਤੇ ਕੇਵਲ ਕੱਲੀ ਭਾਵਨਾ ਹੀ ਹੋਵੇ, ਉਹਦੇ ਕੋਲ ਗਿਆਨ ਨਾ ਹੋਵੇ, ਤਾਂ ਕਈ ਦਫਾ ਉਹ ਕੱਲੀ ਭਾਵਨਾ ਵੀ ਬਿਲਕੁਲ ਅਮਲੀ ਬੰਦੇ ਨੂੰ ਵੀ 108 ਬ੍ਰਹਮ ਗਿਆਨੀ ਬਣਾ ਦਿੰਦੀ ਹੈ ਤੇ ਲੋਕ ਪੂਜਦੇ ਪਏ ਨੇ। ਇਸ ਲਈ ਜਿੱਥੇ ਤੁਹਾਡੇ ਕੋਲ ਗਿਆਨ ਦਾ ਹੋਣਾ ਜ਼ਰੂਰੀ ਹੈ, ਉੱਥੇ ਭਾਵਨਾ ਦਾ ਵੀ ਹੋਣਾ ਜ਼ਰੂਰੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਾਵਨੀ ਭਗਤ ਭਾਏ, ਕੌਡੀ ਅਗਰ ਭਾਗ ਰਾਖੈ ਤਾਹੇ ਗੁਰ
ਸਰਬ ਨਿਧਾਨ ਦਾਨ ਦੇਤ ਹੈ। ਗੁਰੂ ਘਰ ਦੇ ਵਿੱਚ ਦੋਵੇਂ ਚੀਜ਼ਾਂ ਨੇ, ਗਿਆਨ ਤੇ ਭਾਵਨਾ, ਇਹ ਦੋਵਾਂ ਦਾ ਹੋਣਾ ਬੜਾ ਲਾਜ਼ਮੀ ਹੈ। ਜਿੱਥੇ ਇਹ ਦੋਵੇਂ ਚੀਜ਼ਾਂ ਜੁੜ ਜਾਂਦੀਆਂ ਨੇ ਤੇ ਉੱਥੇ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੇ ਉਹ ਗੁਰੂ ਸਾਹਿਬ ਜੀ ਦੀ ਦਇਆ ਦਾ ਪਾਤਰ ਬਣ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬੇਅੰਤ ਖੁਸ਼ੀਆਂ ਬਖਸ਼ੀਆਂ। ਵੈਦ ਸੁਜਾਨ ਸਿੰਘ ਜੀ ਜੋ ਕਹਿੰਦਾ ਸੀ ਵੀ ਹੁਕਮ ਮੰਨਣ ਦੀ ਸੇਵਾ, ਤੇ ਉਹ ਹੁਕਮ ਭਾਈ ਵੈਦ ਸੁਜਾਨ ਸਿੰਘ ਜੀ ਨੇ ਮੰਨ ਕੇ ਵਿਖਾਇਆ। ਕਿਉਂਕਿ ਪਹਿਲ ਉਹਨੇ ਜਿਹੜੀ ਸਥਿਤੀ ਬਣ ਚੁੱਕੀ ਸੀ, ਗੁਰੂ ਨੂੰ ਨਹੀਂ, ਉਹਨੂੰ ਪਤਾ ਸੀ ਵੀ ਇੱਥੇ ਪਹਿਲ ਹੁਕਮ ਮੰਨਣ ਨੂੰ ਦੇਣੀ ਹੈ। ਜੇ ਮੈਂ ਹੁਕਮ ਮੰਨ ਗਿਆ ਤੇ ਗੁਰੂ ਨੂੰ ਤਾਂ ਪ੍ਰਵਾਨ ਹੋਵਾਂਗਾ, ਤੇ ਜੇ ਮੈਂ ਹੁਕਮ ਨਾ ਮੰਨਿਆ, ਇੱਕ ਬੰਨੇ ਉਹ ਮਾਤਾ ਦੀ ਧੀ ਬੱਚੀ ਨੂੰ ਹਾਲ ਪਹਾਰਿਆ ਪਾ ਰਹੀ ਹੈ, ਰੋ ਰਹੀ ਹੈ, ਉਹਦੇ ਵੱਲ ਮੈਂ ਨਾ ਜਾਵਾਂ। ਮੇਰੇ ਕੋਲ ਹੁਨਰ ਹੈ, ਮੇਰੇ ਕੋਲ ਭਾਵ ਇੱਕ ਵਿਦਵਤਾ ਹੈ ਵੈਦ ਦੀ ਦਵਾਈ ਦੇਣ ਦੀ, ਤੇ ਜੇ ਮੈਂ ਗੁਰੂ ਸਾਹਿਬ ਵੱਲ ਚੱਲ ਗਿਆ ਤੇ ਉਹ ਜੇ ਤੜਫ ਕੇ ਮਰ ਗਈ ਤੇ ਮੇਰਾ ਵੈਦ ਹੋਣਾ ਤੇ ਗੁਰੂ ਦਾ ਸਿੱਖ ਹੋਣਾ ਕਹਿੰਦੇ ਕੀ ਮਾਇਨੇ ਰੱਖਦਾ ਹੈ, ਉਹਦਾ ਕੀ ਫਾਇਦਾ ਹੋਇਆ। ਇਸੇ ਤਰ੍ਹਾਂ ਤੁਸੀਂ ਵੇਖੋ, ਜੇ ਕੋਈ ਤਕੜਾ ਬੰਦਾ, ਇੱਥੇ ਤੇ ਸਭ ਕੁਝ ਰੂਲ ਇੱਕੋ ਹੀ ਨੇ। ਜਿਹੜੀ ਲਾਈਨ ਵਿੱਚ ਤੁਸੀਂ ਖਲੋਤੇ ਹੋ ਉੱਥੇ ਕਹਿੰਦੇ ਅਮੀਰ ਧਨਾੜ ਖਲੋਤਾ ਹੈ। ਪਰ ਪੰਜਾਬ ਤੁਸੀਂ ਵੇਖੋ, ਇੱਕ ਐਂਬੂਲੈਂਸ ਦੇ ਵਿੱਚ ਇੱਕ ਮਰੀਜ਼ ਤੜਫਦਾ ਹੁੰਦਾ ਹੈ, ਸਹਿਕਦਾ ਪਿਆ ਹੁੰਦਾ ਹੈ, ਉਹਦੇ ਲਈ ਫਾਟਕ ਬੰਦ ਹੋ ਜਾਂਦਾ ਹੈ, ਤੇ ਜਦੋਂ ਕੋਈ ਮੰਤਰੀ ਨੇ ਲੰਘਣਾ ਹੋਵੇ ਤੇ ਖੁੱਲ ਜਾਂਦਾ ਹੈ ਤੇ ਉਹ ਘੂੰ ਕਰਦੇ ਗਾਂ ਹੀ ਲੰਘ ਜਾਂਦੇ ਨੇ। ਤੇ ਮੈਂ ਖੁਦ ਇਹ ਚੀਜ਼ ਇੱਕ ਦਿਨ ਵੇਖ ਰਿਹਾ ਸਾਂ, ਉੱਥੇ ਗੱਡੀ ਵਿੱਚ ਬੈਠਾ, ਕਿ ਮੈਂ ਵੇਖ ਰਿਹਾ ਸਾਂ ਕਿ ਵਾਹ ਓਏ ਲੋਕੋ, ਜਿਹੜਾ ਬੰਦਾ ਐਂਬੂਲੈਂਸ ਦੇ ਵਿੱਚ ਪਿਆ ਸਹਿਕਦਾ ਹੈ ਤੇ ਤੁਸੀਂ ਘੂ ਵਜਾਉਂਦੇ ਗਾਂ ਲੰਘ ਕੇ ਹੂਟਰ ਮਾਰਦੇ, ਤੇ ਜੇ ਤੇਰੇ ਗਾਂ ਲੰਘਣ ਕਰਕੇ ਇਹਦੀ ਐਂਬੂਲੈਂਸ ਦੇ ਵਿੱਚ ਹੀ ਡੈਥ ਹੋ ਗਈ ਤੇ ਮੌਤ ਹੋ ਗਈ, ਤੇ ਫਿਟੇ ਲਾਹਨਤ ਹੈ ਤੇਰੇ ਇਹੋ ਜਿਹੇ ਮੰਤਰੀ ਬਣਨ ਤੇ ਹੋਣ ਤੇ, ਕਿਉਂਕਿ ਤੂੰ ਇਹਦੀ ਇੱਕ ਵੋਟ ਨਾਲ ਹੀ ਹੋ ਸਕਦਾ ਮੰਤਰੀ ਬਣਿਆ ਹੋਵੇਂ। ਤੇ ਗੁਰੂ ਸਾਹਿਬ ਜੀ ਇੱਥੇ ਇਹੀ ਸਮਝਾ ਕੇ ਗਏ ਨੇ ਕਿ ਵੈਦ ਸੁਜਾਨ ਸਿੰਘ, ਜੇ ਤੂੰ ਹੁਕਮ ਮੰਨਿਆ ਤਾਂ ਤੂੰ ਮੈਨੂੰ ਪ੍ਰਵਾਨ ਹੋਇਆ, ਤੇ ਜੇ ਤੂੰ ਹੁਕਮ ਨਾ ਮੰਨਦਾ, ਮੇਰੇ ਕੋਲ ਪਹਿਲਾਂ ਆ ਜਾਂਦਾ, ਤਾਂ ਉਸ ਇੱਕ ਬੀਬੀ ਦੀ ਮੌਤ ਹੋ ਜਾਂਦੀ ਤੇ ਤੇਰਾ ਸਿੱਖ ਹੋਣਾ ਤੇ ਮੇਰੇ ਕੋਲ ਆਉਣਾ ਕੋਈ ਪ੍ਰਵਾਨ ਨਹੀਂ ਸੀ ਹੋਣਾ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ। ਸੋ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ। ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਪਹਿ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ। ਗਿਆਨੀ ਤਾਹੇ ਦੇ ਅਰਥ ਨੇ ਉਸ ਨੂੰ, ਬਖਾਨ ਦੇ ਅਰਥ ਨੇ ਆਖਣਾ ਚਾਹੀਦਾ। ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ ਸੁਣ ਲਾ ਧਿਆਨ ਦੇ ਨਾਲ। ਗਿਆਨੀ ਤਾਹੇ ਬਖਾਨ, ਉਸੇ ਨੂੰ ਗਿਆਨਵਨ ਆਖੀ, ਉਸੇ ਨੂੰ ਸੰਤ ਮਹਾਂਪੁਰਖ ਆਖੀ, ਜਿਹੜਾ ਨਾ ਡਰਦਾ ਤੇ ਨਾ ਹੀ ਕਿਸੇ ਨੂੰ ਡਰਾਉਂਦਾ, ਨਾ ਭੈ ਰੱਖਦਾ, ਨਾ ਹੀ ਕਿਸੇ ਦਾ ਭੈ ਮੰਨਦਾ ਹੈ, ਤੇ ਨਾ ਹੀ ਉਹ ਕਿਸੇ ਤੋਂ ਘਬਰਾਉਂਦਾ ਹੈ, ਤੇ ਨਾ ਹੀ ਐਦਾਂ ਦੀ ਗੱਲ ਕਰਦਾ ਕਿ ਉਹਦੇ ਪ੍ਰੈਸ਼ਰ ਕਰਕੇ ਦੂਜਾ ਵੀ ਮਜਬੂਰ ਹੋ ਕੇ ਘਬਰਾ ਜਾਏ। ਤੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜਿਹੜਾ